ਡੰਡੌਤ ਬੰਧਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ। ਏ ਜਦੀ ਮਨਜੂਰ ਗੁਰ ਗੋਬਿੰਦ ਸਿੰਘ। ਹਕ ਰਾਗੰਜੂਰ ਗੁਰ ਗੋਬਿੰਦ ਸਿੰਘ। ਜੁਮਲਾ ਫੈਜ਼ਲ ਨੂਰ ਗੁਰ ਗੋਬਿੰਦ ਸਿੰਘ। ਹਕ ਹਕ ਅੰਦੇਸ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ ਗੁਰ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ। ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਖਾਰੀ ਛੰਤ ਮਹੱਲਾ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਅੰਤਰ ਪਿਰੀ ਪਿਆਰ ਕਿਉ ਪਿਰ ਬਿਨ ਜੀਵੀਐ ਰਾਮ। ਜਬ ਲਗ ਦਰਸ ਨ ਹੋਏ ਕਿਉ ਅੰਮ੍ਰਿਤ ਪੀਵੀਐ ਰਾਮ।
ਅੰਤਰ ਪਿਰੀ ਪਿਆਰ, ਕਿਉ ਪਿਰ ਬਿਨ ਜੀਵੀਐ ਰਾਮ। ਜਬ ਲਗ ਦਰਸ ਨ ਹੋਏ, ਕਿਉ ਅੰਮ੍ਰਿਤ ਪੀਵੀਐ ਰਾਮ। ਕਿਉ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ। ਤਿਸ ਬਿਨ ਰਹਿਨ ਨਾ ਜਾਏ, ਆਨ ਦਿਨ ਪ੍ਰਿਉ ਪ੍ਰਿਉ ਕਰੇ ਦਿਨ ਰਾਤੀ। ਪਿਰ ਬਿਨ ਪਿਆਸ ਨਾ ਜਾਏ। ਆਪਣੀ ਕਿਰਪਾ ਕਰੋ ਹਰ ਪਿਆਰੇ, ਹਰ ਹਰ ਨਾਮ ਸਦ ਸਾਰਿਆ। ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ, ਹਉ ਸਤਿਗੁਰ ਵਿਟਹੁ ਵਾਰਿਆ। ਆਪਣੀ ਕਿਰਪਾ ਕਰੋ ਹਰ ਪਿਆਰੇ, ਹਰ ਹਰ ਨਾਮ ਸਦ ਸਾਰਿਆ। ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ, ਹਉ ਸਤਿਗੁਰ ਵਿਟਹੁ ਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਪ ਸਮੂਹ ਸੰਗਤਾਂ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਕਲਗੀਧਰ ਪਾਤਸ਼ਾਹ ਸਰਵੰਸ ਦਾਨੀ ਮਰਦ ਅਗੰਮੜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਪਾਤਸ਼ਾਹੀ 10ਵੀਂ ਤੀਰਸਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੋ ਅੰਮ੍ਰਿਤ ਵੇਲੇ ਤੋਂ ਸੋਹਣੇ ਦੀਵਾਨਾਂ ਦੀ ਆਰੰਭਤਾ ਹੋਈ ਹੈ। ਸਤਿਗੁਰੂ ਜੀ ਪ੍ਰਕਾਸ਼ਵਾਨ ਹੋਏ, ਸੰਗਤਾਂ ਨੂੰ ਪਾਵਨ ਹੁਕਮ ਬਖਸ਼ਿਸ਼ ਕੀਤੇ। ਉਪਰੰਤ ਅੰਮ੍ਰਿਤਮਈ ਪੰਜਾਂ ਬਾਣੀਆਂ ਦੇ ਨੇਮ ਹੋਏ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਰਾਗੀ ਸਿੰਘਾਂ ਪਾਸੋਂ ਆਪ ਸਮੂਹ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਸਹਿਤ ਸ਼ਰਵਣ ਕੀਤੇ। ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਾਵਨ ਅਸਥਾਨ ਤੇ ਆਏ। ਉਹ ਸਮਾਂ ਕਿਹੋ ਜਿਹਾ ਸੀ ਜਦੋਂ ਪਾਤਸ਼ਾਹ ਜੀ ਚਮਕੌਰ ਦੀ ਗੜ੍ਹੀ ਦੇ ਵਿੱਚੋਂ ਆਪਣੇ ਪਿਆਰੇ ਪੁੱਤਰ ਅਤੇ ਪਿਆਰੇ ਸਿੰਘ ਉਹਨਾਂ ਦੀ ਸ਼ਹਾਦਤ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੇ ਨੇ ਤੇ ਪੰਥ ਦੇ ਹੁਕਮ ਨੂੰ ਮੰਨਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ। ਉਸ ਤੋਂ ਬਾਅਦ ਉੱਚ ਦੇ ਪੀਰ ਦੇ ਰੂਪ ਦੇ ਵਿੱਚ ਪਾਤਸ਼ਾਹ ਜੀ ਇਸ ਪਾਵਨ ਸਥਾਨ ਤੇ ਪਹੁੰਚੇ। ਉੱਚ ਦਾ ਪੀਰ ਇਹ ਕੀ ਹੈ? ਅਸਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਿੰਧ ਸੂਬਾ, ਉੱਥੋਂ ਦੀ ਰਿਆਸਤ ਹੈ ਬਹਾਵਲਪੁਰ।
ਉੱਥੋਂ ਦੇ ਇੱਕ ਪਿੰਡ ਦਾ ਨਾਮ ਹੈ ਉੱਚ। ਉੱਚ ਇੱਕ ਪਿੰਡ ਦਾ ਨਾਮ ਹੈ। ਉੱਥੇ ਦੇ ਹੁਣ ਜਿੰਨੇ ਵੀ ਉਹ ਮੁਸਲਮਾਨ ਵੀਰ ਹੁੰਦੇ ਆ ਰਹਿਣ ਵਾਲੇ, ਅੱਜ ਕੱਲ੍ਹ ਵੀ ਉਹ ਹੁਣ ਦੇ ਮੌਜੂਦਾ ਸਮੇਂ ਦੇ ਦੌਰਾਨ ਵੀ, ਜਿਸ ਤਰ੍ਹਾਂ ਸਿੱਖ ਪੰਥ ਦੇ ਵਿੱਚ ਕੇਸ ਅਤੇ ਦਾੜ੍ਹੀ ਸਾਬਤ ਰੱਖੇ ਜਾਂਦੇ ਨੇ, ਇਸੇ ਤਰ੍ਹਾਂ ਉਹ ਪਿੰਡ ਦੇ ਵੀਰ ਵੀ, ਉਹ ਮੁਸਲਮਾਨ ਵੀਰ ਵੀ ਇਸੇ ਤਰ੍ਹਾਂ ਸਿੱਖਾਂ ਦੀ ਤਰ੍ਹਾਂ ਆਪਣੀ ਦਾੜ੍ਹੀ ਅਤੇ ਕੇਸ ਸਾਬਤ ਸੂਰਤ ਰੱਖਦੇ ਨੇ। ਪਰ ਥੋੜ੍ਹਾ ਜਿਹਾ ਫਰਕ ਇਹ ਹੈ ਕਿ ਅਸੀਂ ਕੇਸਾਂ ਨੂੰ ਬੰਨ੍ਹ ਲੈਂਦੇ ਹਾਂ, ਜੂੜਾ ਕਰ ਲੈਂਦੇ ਹਾਂ, ਉਹ ਵੀਰ ਕੇਸਾਂ ਨੂੰ ਪਿਛਾਂਹ ਨੂੰ ਸੁੱਟ ਦਿੰਦੇ ਨੇ ਅਤੇ ਉੱਪਰੋਂ ਫੇਰ ਉਹ ਪਗੜੀ ਬੰਨ੍ਹਦੇ ਨੇ ਪਿਛਾਂਹ ਨੂੰ ਸੁੱਟ ਕੇ। ਹੁਣ ਉਹਨਾਂ ਦਾ ਜਿਹੜਾ ਪੀਰ ਹੈ ਉਸ ਪਿੰਡ ਦਾ, ਉਹ ਵੀ ਇਸੇ ਤਰ੍ਹਾਂ ਇਸੇ ਲਿਬਾਸ ਦੇ ਵਿੱਚ ਹੀ ਰਹਿੰਦਾ, ਨੀਲੇ ਵਸਤਰ ਪਹਿਨਦਾ। ਉਸ ਪੀਰ ਨੇ ਜਦੋਂ ਫਿਰ ਸੰਗਤਾਂ ਪਾਸੋਂ ਕਾਰ ਭੇਟਾ ਇਕੱਠੀ ਕਰਨੀ ਹੁੰਦੀ ਜਾਂ ਫਿਰ ਆਪਣਾ ਪ੍ਰਚਾਰ ਕਰਨਾ ਹੁੰਦਾ, ਧਰਮ ਦਾ ਪ੍ਰਚਾਰ, ਅਤੇ ਫਿਰ ਉਹ ਇਸ ਤਰ੍ਹਾਂ ਦਾ ਵੇਸ ਬਣਾ ਲੈਂਦੇ ਨੇ, ਪਿਛਾਂਹ ਨੂੰ ਕੇਸ ਸੁੱਟ ਕੇ, ਅਤੇ ਜਿੱਦਾਂ ਉਹਨਾਂ ਦਾ ਲਿਬਾਸ ਹੈ, ਪਗੜੀ ਪਹਿਨ ਕੇ, ਨੀਲੇ ਵਸਤਰ ਪਹਿਨ ਕੇ ਮੰਜੇ ਦੇ ਉੱਪਰ, ਪਲੰਘ ਦੇ ਉੱਪਰ ਬੈਠ ਜਾਂਦੇ ਨੇ, ਅਤੇ ਫਿਰ ਉਹਨਾਂ ਦੇ ਮੁਰੀਦ ਉਸ ਮੰਜੇ ਨੂੰ ਚੁੱਕਦੇ ਨੇ, ਇੱਕ ਪਿੰਡ ਤੋਂ ਦੂਸਰੇ ਪਿੰਡ, ਦੂਸਰੇ ਪਿੰਡ ਤੋਂ ਤੀਸਰੇ ਪਿੰਡ, ਇਸ ਤਰ੍ਹਾਂ ਉਹ ਕਾਰ ਭੇਟਾ ਵੀ ਇਕੱਠੀ ਕਰਦੇ ਨੇ ਅਤੇ ਧਰਮ ਦਾ ਪ੍ਰਚਾਰ ਵੀ ਕਰਦੇ ਨੇ। ਹੁਣ ਜਦੋਂ ਸੰਗਤ ਨੂੰ ਪਤਾ ਲੱਗਦਾ ਕਿ ਉੱਚ ਦਾ ਪੀਰ ਆਇਆ, ਉਸ ਪਿੰਡ ਦਾ ਪੀਰ ਆਇਆ, ਅਤੇ ਸੰਗਤ ਫਿਰ ਉਹਨਾਂ ਦਾ ਸਤਿਕਾਰ ਬਹੁਤ ਕਰਦੀ ਹੈ। ਜਦੋਂ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲ ਦੇ ਵਿੱਚ, ਕਿਉਂਕਿ ਮਾਛੀਵਾੜੇ ਦੇ ਜੰਗਲ ਵਿੱਚ ਤਾਂ ਪਹੁੰਚ ਗਏ, ਪਰ ਉਹ ਕੋਈ ਸੁਰੱਖਿਅਤ ਥਾਂ ਨਹੀਂ ਸੀ ਪਾਤਸ਼ਾਹ ਜੀ ਦੇ ਵਾਸਤੇ। ਸਰਹੰਦ ਲਾਗੇ ਹੀ ਸੀ। ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਢੰਡੋਰਾ ਪਟਵਾਇਆ ਹੋਇਆ ਸੀ ਕਿ ਕੋਈ ਵੀ ਇਤਲਾਹ ਦਿਓ ਗੁਰੂ ਸਾਹਿਬ ਬਾਰੇ, ਉਹਨਾਂ ਦੇ ਪਰਿਵਾਰ ਦੇ ਬਾਰੇ, ਉਹਨਾਂ ਨੂੰ ਇਨਾਮ ਦਿੱਤੇ ਜਾਵਣਗੇ। ਜੇ ਕੋਈ ਉਹਨਾਂ ਦੀ ਹੈਲਪ ਕਰਦਾ, ਮਦਦ ਕਰਦਾ, ਅਤੇ ਉਹਨਾਂ ਨੂੰ ਫਿਰ ਸਜ਼ਾਵਾਂ ਵੀ ਦਿੱਤੀਆਂ ਜਾਵਣਗੀਆਂ। ਸੋ ਮਾਛੀਵਾੜੇ ਤੋਂ ਹੁਣ ਕਿਸੇ ਸੁਰੱਖਿਅਤ ਥਾਂ 'ਤੇ ਜਾਣਾ, ਅਤੇ ਉਸ ਸਮੇਂ ਸਤਿਗੁਰੂ ਜੀ ਨੇ ਦੋ ਭਰਾ, ਗਨੀ ਖਾਂ ਅਤੇ ਨਵੀ ਖਾਂ, ਪਠਾਨ ਭਰਾ, ਉਹ ਵੀ ਮਿਲੇ, ਜਿਹੜੇ ਪਹਿਲਾਂ ਵੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਰਹਿੰਦੇ ਸੀ। ਘੋੜਿਆਂ ਦੇ ਵਪਾਰੀ ਸੀ, ਘੋੜੇ ਵੇਚਦੇ, ਸਤਿਗੁਰੂ ਜੀ ਨੂੰ ਵਧੀਆ ਨਸਲ ਦੇ ਘੋੜੇ ਲਿਆ ਕੇ ਦਿੰਦੇ। ਕਾਫੀ ਅੱਛੇ ਸੰਬੰਧ ਸਨ ਪਾਤਸ਼ਾਹ ਜੀ ਦੇ ਨਾਲ। ਸੋ ਵਿਉਂਤਬੰਦੀ ਬਣਾਈ, ਕਿਸੇ ਸੁਰੱਖਿਅਤ ਥਾਂ 'ਤੇ ਸਤਿਗੁਰੂ ਜੀ ਨੂੰ ਪਹੁੰਚਾਇਆ ਜਾਵੇ। ਉਸ ਸਮੇਂ ਫਿਰ ਇਸ ਤਰ੍ਹਾਂ ਉੱਚ ਦੇ ਪੀਰ ਦਾ ਰੂਪ ਬਣਾਇਆ ਗਿਆ ਸੀ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ, ਇਹ ਤਿੰਨੇ ਸਿੰਘ ਚਮਕੌਰ ਦੀ ਗੜੀ ਦੇ ਵਿੱਚੋਂ ਪਾਤਸ਼ਾਹ ਜੀ ਦੇ ਨਾਲ ਆਏ ਸਨ। ਮਾਛੀਵਾੜੇ ਦੇ ਜੰਗਲ ਵਿੱਚ ਇਹਨਾਂ ਦਾ ਮਿਲਾਪ ਹੋਇਆ ਸੀ, ਪਰ ਵੱਖੋ ਵੱਖਰੇ ਰਸਤਿਆਂ ਰਾਹੀਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਸਨ। ਹੁਣ ਇਹ ਵੇਸ ਬਣਾਇਆ ਗਿਆ, ਜਿਹੜੇ ਦੋ ਤਿੰਨ ਸਿੰਘ ਨੇ ਸਤਿਗੁਰੂ ਜੀ ਦੇ ਨਾਲ, ਉਹਨਾਂ ਵਾਸਤੇ ਵੀ ਅਤੇ ਸਤਿਗੁਰੂ ਜੀ ਵਾਸਤੇ ਵੀ ਪਹਿਲਾਂ ਵਸਤਰ ਸਿਲਵਾਏ ਗਏ ਨੀਲੇ ਰੰਗ ਦੇ, ਉਹ ਪਹਿਨਾਏ ਗਏ। ਸਿੰਘਾਂ ਨੇ ਵੀ, ਸਤਿਗੁਰੂ ਜੀ ਨੇ ਕੇਸ ਪਛਾਂ ਨੂੰ ਛੁੱਟ ਲਏ, ਉੱਪਰੋਂ ਫੇਰ ਦਸਤਾਰ ਸਜਾਈ। ਸਤਿਗੁਰੂ ਜੀ ਪਲੰਘ 'ਤੇ ਬੈਠ ਗਏ। ਭਾਈ ਗਨੀ ਖਾਂ, ਨਵੀ ਖਾਂ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ, ਉਹਨਾਂ ਨੇ ਪਲੰਘ ਚੁੱਕ ਲਿਆ, ਅਤੇ ਭਾਈ ਦਇਆ ਸਿੰਘ ਜੀ ਉਹ ਮੋਰ ਦੇ ਪੰਖ ਲੈ ਕੇ ਸਤਿਗੁਰੂ ਜੀ ਨੂੰ ਚੌਰ ਕਰਨ ਲੱਗ ਪਏ। ਇਸ ਤਰ੍ਹਾਂ ਦੇ ਨਾਲ ਸਫ਼ਰ ਉਹਨਾਂ ਨੇ ਆਰੰਭ ਕੀਤਾ। ਮਾਛੀਵਾੜੇ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਹੈ ਪਿੰਡ ਘੁੰਗਰਾਲੀ। ਉੱਥੇ ਪਹੁੰਚੇ, ਵਿਸ਼ਰਾਮ ਕੀਤਾ। ਹੁਣ ਪਿੰਡ ਪਿੰਡ ਜਾਂਦੇ ਨੇ। ਵੈਸੇ ਤਾਂ ਫੌਜੀ ਦਸਤੇ ਵੀ ਭਾਲ ਕਰ ਰਹੇ ਨੇ ਗੁਰੂ ਸਾਹਿਬ ਜੀ ਦੀ ਕਿ ਕਿਤੋਂ ਮਿਲ ਜਾਣ, ਕਿਉਂਕਿ ਬੜੀ ਫੌਜ ਲਾਈ ਹੋਈ ਸੀ। ਪਿੰਡ ਪਿੰਡ ਜਾਂਦੇ ਨੇ। ਜਦੋਂ ਹੁਣ ਗਨੀ ਖਾਂ ਅਤੇ ਨਵੀ ਖਾਂ ਅੱਗੇ ਨੇ, ਉਹ ਆਖਦੇ ਨੇ ਕਿ ਇਹ ਉੱਚ ਦਾ ਪੀਰ ਹੈ। ਗਨੀ ਖਾਂ, ਨਵੀ ਖਾਂ ਘੋੜਿਆਂ ਦੇ ਵਪਾਰੀ, ਬੜੇ ਅਸਰ ਰਸੂਖ ਵਾਲੇ ਸਨ। ਉਹਨਾਂ ਦਾ ਬੜਾ ਮਾਣ ਸਤਿਕਾਰ ਸੀ ਇਲਾਕੇ ਦੇ ਵਿੱਚ। ਜਦੋਂ ਉਹ ਕਹਿੰਦੇ ਤੇ ਸਾਰੇ ਵਿਸ਼ਵਾਸ ਕਰ ਲੈਂਦੇ ਕਿ ਉੱਚ ਦਾ ਪੀਰ ਹੀ ਹੈ।
ਪਹਿਲੀ ਰਾਤ ਘੁੰਗਰਾਲੀ ਕੱਟੀ। ਉਸ ਤੋਂ ਬਾਅਦ ਅਗਲਾ ਸਫ਼ਰ ਸ਼ੁਰੂ ਕੀਤਾ। 13 ਕਿਲੋਮੀਟਰ ਅੱਗੇ ਫਿਰ ਲੱਲ ਪਿੰਡ ਆਉਂਦਾ, ਉੱਥੇ ਵਿਸ਼ਰਾਮ ਕੀਤਾ। ਲੱਲ ਪਿੰਡ ਤੋਂ ਅਗਲੇ ਦਿਨ ਜਦੋਂ ਤੁਰਨ ਲੱਗੇ ਸਤਿਗੁਰੂ ਜੀ, ਫਿਰ ਸ਼ਾਹੀ ਫੌਜ ਨੇ ਰਸਤਾ ਵੀ ਰੋਕਿਆ, ਕਿਉਂਕਿ ਪਹਿਚਾਣ ਕਰਨਾ ਚਾਹੁੰਦੇ ਸਨ। ਉਹ ਸ਼ਾਹੀ ਫੌਜ, ਮੁਗਲ ਫੌਜ ਤਹਿਕੀਕਾਤ ਕਰਨਾ ਚਾਹੁੰਦੇ ਸਨ ਕਿ ਕਿਤੇ ਗੁਰੂ ਗੋਬਿੰਦ ਸਿੰਘ ਜੀ ਇਸ ਭੇਸ ਦੇ ਵਿੱਚ ਨਿਕਲ ਨਾ ਜਾਵਣ। ਫੌਜੀਆਂ ਨੇ ਫਾਰਸੀ ਦੇ ਵਿੱਚ ਸਤਿਗੁਰੂ ਜੀ ਨਾਲ ਵਾਰਤਾਲਾਪ ਕੀਤੀ। ਫਾਰਸੀ ਜ਼ਬਾਨ ਦੇ ਸਤਿਗੁਰੂ ਜੀ ਜਾਣੀ ਸਨ, ਉਹਨਾਂ ਦੇ ਨਾਲ ਵਾਰਤਾਲਾਪ ਕੀਤੀ। ਫਿਰ ਸਲੋਹ ਪਿੰਡ ਦੇ ਇੱਕ ਕਾਜੀ ਨੂੰ ਬੁਲਾਇਆ ਗਿਆ। ਉਹਨਾਂ ਦਾ ਨਾਮ ਸੀ ਮੀਰ ਮੁਹੰਮਦ। ਅਸਲ ਵਿੱਚ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜਾਣਦਾ ਸੀ। ਜਦੋਂ ਛੋਟੇ ਸੀ ਸਤਿਗੁਰੂ ਜੀ, ਉਸ ਸਮੇਂ ਫਾਰਸੀ ਜ਼ੁਬਾਨ ਦੇ ਅੱਖਰ ਇਸੇ ਪਾਸੇ ਸਤਿਗੁਰੂ ਜੀ ਨੇ ਸਿੱਖੇ ਸਨ, ਤੇ ਇਸ ਨੇ ਪਹਿਚਾਣ ਵੀ ਲਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੀ ਹਨ। ਪਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨੇੜੇ ਰਿਹਾ ਹੋਵੇ, ਉਹਨਾਂ ਦੇ ਦਰਸ਼ਨ ਕੀਤੇ ਹੋਵਣ ਤੇ ਉਹਨਾਂ ਤੋਂ ਉਹ ਪ੍ਰਭਾਵਿਤ ਨਾ ਹੋਵੇ, ਇਹ ਹੋ ਨਹੀਂ ਸਕਦਾ। ਇਹ ਕਾਜੀ ਵੀ ਬਹੁਤ ਪ੍ਰਭਾਵਿਤ ਸੀ। ਇਹਨੇ ਪਹਿਚਾਣ ਜ਼ਰੂਰ ਲਿਆ, ਪਰ ਉਸ ਸਮੇਂ ਝੂਠ ਬੋਲ ਦਿੱਤਾ ਕਿ ਨਹੀਂ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ, ਇਹ ਵਾਕਈ ਉੱਚ ਦੇ ਪੀਰ ਹੀ ਹਨ। ਉਸ ਤੋਂ ਅੱਗੇ ਸਤਿਗੁਰੂ ਜੀ ਫਿਰ ਕਟਾਣਾ ਸਾਹਿਬ ਜੀ ਦੀ ਧਰਤੀ ਤੇ ਫਿਰ ਇਸ ਪਾਵਨ ਅਸਥਾਨ ਤੇ ਪਹੁੰਚੇ। ਇਸ ਪਾਵਨ ਅਸਥਾਨ ਨੂੰ ਭਾਗ ਲਾਏ ਪਾਤਸ਼ਾਹ ਜੀ ਨੇ। ਇੱਥੇ ਵੀ ਬੇਅੰਤ ਕੌਤਕ ਕੀਤੇ। ਤੀਰਸਰ ਸਾਹਿਬ ਸਰੋਵਰ ਸਤਿਗੁਰੂ ਜੀ ਨੇ ਇੱਕ ਤੀਰ ਬਖਸ਼ ਕੇ ਉਸ ਦਾ ਵੀ ਸਤਿਗੁਰੂ ਜੀ ਨੇ, ਮਹਾਰਾਜ ਜੀ ਨੇ ਤੀਰਸਰ ਸਰੋਵਰ ਨੂੰ ਪ੍ਰਗਟ ਕੀਤਾ। ਹੁਣ ਅਸੀਂ ਵਿਚਾਰ ਇਹ ਕਰਨੀ ਹੈ ਕਿ ਪਾਤਸ਼ਾਹ ਜੀ ਬੜੇ ਔਖੇ ਪੰਧ ਨੂੰ ਮੁਕਾ ਕੇ, ਮੁਸੀਬਤਾਂ ਦੇ ਵਿੱਚੋਂ ਲੰਘਦੇ ਹੋਏ, ਔਕੜਾਂ ਦੇ ਵਿੱਚੋਂ ਲੰਘਦੇ ਹੋਏ ਇਸ ਪਾਵਨ ਅਸਥਾਨ ਤੇ ਪਹੁੰਚੇ ਨੇ। ਇਸ ਅਸਥਾਨ ਨੂੰ ਪਵਿੱਤਰ ਕੀਤਾ ਪਾਤਸ਼ਾਹ ਜੀ ਨੇ। ਤੇ ਉਹਨਾਂ ਦੀ ਮਨੋਦਸ਼ਾ ਕਿਹੋ ਜਿਹੀ ਸੀ, ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਬਿਰਤੀ ਜੋੜ ਕੇ ਮਹਿਸੂਸ ਕਰੀਏ ਕਿ ਉਹ ਕੀ ਸੋਚ ਰਹੇ ਸਨ। ਕਿ ਦੁਖੀ ਸਨ ਜਾਂ ਆਨੰਦ ਦੇ ਵਿੱਚ ਸਨ? ਜੇ ਤਾਂ ਅਸੀਂ ਆਪਣੀ ਬਿਰਤੀ ਦੇ ਨਾਲ ਸੋਚਾਂਗੇ, ਕਿਉਂਕਿ ਅਸੀਂ ਪਰਿਵਾਰਾਂ ਦੇ ਨਾਲ ਜੁੜੇ ਹੋਏ ਹਾਂ, ਪਰਿਵਾਰਕ ਮੋਹ ਦੇ ਨਾਲ, ਮਾਇਆ ਦੇ ਨਾਲ ਜੁੜੇ ਹੋਏ ਹਾਂ। ਸਾਡੇ ਪਾਸੋਂ ਜਦੋਂ ਮਾਇਆ ਖੁੱਸਦੀ ਹੈ, ਸਾਡਾ ਘਰ ਪਰਿਵਾਰ ਖੁੱਸਦਾ, ਤੇ ਅਸੀਂ ਫਿਰ ਦੁਖੀ ਹੁੰਦੇ ਹਾਂ ਬਹੁਤ। ਸਾਨੂੰ ਇਹ ਲੱਗਦਾ ਕਿ ਦੁਨੀਆ ਇਸ ਦੇ ਇਰਦ ਗਿਰਦ ਹੀ ਹੈ। ਸਾਨੂੰ ਜੀਵਨ ਵਿੱਚ ਮਾਇਆ ਚਾਹੀਦੀ ਹੈ, ਪਰਿਵਾਰ ਦੀ ਚੜ੍ਹਦੀ ਕਲਾ ਚਾਹੀਦੀ ਹੈ, ਹਰਿਆ ਭਰਿਆ ਪਰਿਵਾਰ ਚਾਹੀਦਾ, ਘਰ ਪਰਿਵਾਰ ਚਾਹੀਦਾ। ਅਸੀਂ ਤਾਂ ਇਸੇ ਤਲ ਤੋਂ ਸੋਚਾਂਗੇ। ਅਸੀਂ ਸੋਚਦੇ ਹਾਂ ਕਿ ਪੁੱਤਰ 2 ਸ਼ਹੀਦ ਹੋ ਗਏ, ਤੇ 14 ਪੋਹ ਨੂੰ ਸਤਿਗੁਰੂ ਜੀ ਇੱਥੇ ਪਹੁੰਚਦੇ ਨੇ। ਅਸਲ ਵਿੱਚ 13 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਵੀ ਸ਼ਹਾਦਤ ਹੋ ਜਾਂਦੀ ਹੈ। ਭਾਵੇਂ ਇਹ ਸੁਨੇਹਾ ਸਤਿਗੁਰੂ ਜੀ ਨੂੰ ਅੱਗੇ ਰਾਏਕੋਟ ਦੀ ਧਰਤੀ ਤੇ ਜਾ ਕੇ ਮਿਲਦਾ, ਪਰ ਸ਼ਹਾਦਤ ਇੱਕ ਦਿਨ ਪਹਿਲਾਂ ਇੱਥੇ ਪਹੁੰਚਣ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤ ਗੁਜਰ ਕੌਰ ਦੀ ਵੀ ਹੋ ਚੁੱਕੀ ਸੀ। ਪਰਿਵਾਰ ਖੇਰੂ ਖੇਰੂ ਹੋਇਆ। ਤੇ ਅਸੀਂ ਤਾਂ ਇਹੀ ਸੋਚਾਂਗੇ ਕਿ ਉਹਨਾਂ ਦੀ ਮਾਨਸਿਕ ਦਸ਼ਾ ਜਿਹੜੀ ਹੋਵੇਗੀ, ਉਹ ਬੜੇ ਦੁੱਖ ਵਿੱਚ ਹੋਵਣਗੇ। ਨਾ ਉਹ ਤਾਜ ਹੈ, ਨਾ ਉਹ ਰਾਜ ਹੈ, ਨਾ ਉਹ ਆਨੰਦਾਂ ਦੀ ਪੁਰੀ ਹੈ, ਨਾ ਉਹ ਕਲਗੀ ਹੈ, ਨਾ ਸਿਰ ਤੇ ਛਤਰ ਝੂਲਦਾ ਹੈ। ਤੇ ਪਾਤਸ਼ਾਹ ਜੀ ਬੜੇ ਦੁਖੀ ਹੋਣਗੇ, ਪਰ ਅਸਲੀਅਤ ਇਹ ਨਹੀਂ। ਵੈਸੇ ਤਾਂ ਅਸਲੀਅਤ ਪ੍ਰਗਟ ਹੋ ਜਾਂਦੀ ਹੈ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਹੀ, ਜਦੋਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਅਸਲ ਵਿੱਚ ਅੱਜ ਦੇ ਸ਼ਬਦ ਦੀ ਵਿਚਾਰ ਵੀ ਇਹੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਅੰਤਰ ਪਿਰੀ ਪਿਆਰ ਕਿਉਂ ਪਿਰ ਬਿਨ ਜੀਵੀਐ ਰਾਮ। ਜਿਨ੍ਹਾਂ ਦੇ ਅੰਦਰ ਪਰਮਾਤਮਾ ਲਈ ਪਿਆਰ ਹੈ, ਪ੍ਰੇਮ ਹੈ, ਉਹ ਪਰਮਾਤਮਾ ਤੋਂ ਬਿਨਾਂ ਕਿਵੇਂ ਜੀ ਸਕਦੇ ਨੇ? ਉਹ ਪਰਮਾਤਮਾ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਜੀ ਨਹੀਂ ਸਕਦੇ। ਕਿਉਂਕਿ ਜੇ ਉਹ ਪਰਮਾਤਮਾ ਨੂੰ ਆਖਦੇ ਨੇ, ਜੇ ਪਰਮਾਤਮਾ ਦੇ ਨਾਲ ਚਿੱਤ ਲਾਉਂਦੇ ਨੇ, ਫਿਰ ਉਹ ਜੀਂਦੇ ਨੇ, ਫਿਰ ਉਹਨਾਂ ਦਾ ਆਤਮਿਕ ਜੀਵਨ ਹੈ। ਜੇ ਉਹ ਭੁੱਲਦੇ ਨੇ ਤੇ ਫਿਰ ਉਹ ਅਸਲ ਦੇ ਵਿੱਚ ਉਹਨਾਂ ਦੀ ਆਤਮਿਕ ਮੌਤ ਹੁੰਦੀ ਹੈ। ਆਖਾ ਜੀਵਾਂ ਵਿਸਰੈ ਮਰ ਜਾਓ।
ਤੇ ਭਾਵੇਂ ਲੱਖਾਂ ਮੁਸੀਬਤਾਂ ਸਤਿਗੁਰੂ ਜੀ ਦੇ ਜੀਵਨ ਤੇ ਨੇ, ਪਰ ਮਾਛੀਵਾੜੇ ਦੇ ਜੰਗਲਾਂ ਵਿੱਚ ਆਖ ਰਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਉਸ ਮਿੱਤਰ ਨੂੰ, ਪਿਆਰੇ ਨੂੰ, ਉਹ ਪਿਆਰਾ ਮਿੱਤਰ ਹੈ ਕਿਹੜਾ? ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ, ਜਿਸ ਨੇ ਸਾਨੂੰ ਇਸ ਸੰਸਾਰ ਤੇ ਕਹਿੰਦੇ ਭੇਜਿਆ, ਜਿਹਦੇ ਅਸੀਂ ਦਾਸ ਹਾਂ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਅਸਲ ਵਿੱਚ ਪਿਆਰੇ ਪਾਤਸ਼ਾਹ ਜੀ ਦੇ ਹੋਰ ਵੀ ਨੇ, ਜਿਹੜੇ ਕੇਸਗੜ੍ਹ ਦੇ ਮੈਦਾਨ ਦੇ ਵਿੱਚ 5 ਸਿੰਘ ਨਿਤਰੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ। 5 ਦਾ ਖਿਤਾਬ, ਪਿਆਰਿਆਂ ਦਾ ਖਿਤਾਬ ਉਹਨਾਂ ਨੂੰ ਵੀ ਪਾਤਸ਼ਾਹ ਜੀ ਨੇ ਦਿੱਤਾ ਕਿ ਸਾਡੀ ਜੇਕਰ ਪਿਆਰੀ ਵਸਤੂ ਹੈ, ਜੇਕਰ ਸਾਡੇ ਪਿਆਰੇ ਕੋਈ ਹੈ ਬਹੁਤੇ, ਤੇ ਇਹ 5 ਨੇ। ਤੇ ਮਿੱਤਰ ਪਿਆਰਾ ਉਹ ਅਕਾਲ ਪੁਰਖ ਵਾਹਿਗੁਰੂ, ਉਸ ਨੂੰ ਵੀ ਪਿਆਰ ਦੇ ਨਾਲ ਆਖਦੇ ਨੇ ਕਿ ਉਹਨੂੰ ਸਾਡਾ ਹਾਲ ਦੱਸਣਾ। ਹਾਲ ਕੀ ਦੱਸਣਾ? ਇਹ ਨਹੀਂ ਦੱਸਣਾ ਕਿ ਸਾਡੇ 2 ਪੁੱਤਰ ਸ਼ਹੀਦ ਹੋ ਚੁੱਕੇ ਨੇ, ਜਾਂ ਆਨੰਦਾਂ ਦੀ ਪੁਰੀ ਨਹੀਂ ਰਹੀ, ਜਾਂ ਪਿਆਰ ਜਾਨ ਤੋਂ ਵੀ ਪਿਆਰੇ ਸਿੰਘ ਉਹ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, ਇਹ ਨਹੀਂ ਦੱਸਣਾ। ਜਾਂ ਇੰਨੀਆਂ ਮੁਸੀਬਤਾਂ, ਇੰਨੀਆਂ ਔਕੜਾਂ, ਇੰਨੇ ਦੁੱਖ ਮੇਰੇ ਜੀਵਨ ਦੇ ਵਿੱਚ ਆਏ। ਜਿਵੇਂ ਅਸੀਂ ਘਬਰਾ ਜਾਂਦੇ ਹਾਂ ਜੀਵਨ ਵਿੱਚ, ਕਦੇ ਵੀ ਦੁੱਖ ਹੁੰਦਾ ਤੇ ਉਲਾਂਭੇ ਦੇਣ ਲੱਗ ਜਾਂਦੇ ਹਾਂ ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ, ਕਿ ਪਰਮਾਤਮਾ ਇਹ ਜੀਵਨ ਦੇ ਵਿੱਚ ਮੈਂ ਯਾਦ ਕਰਦਾ ਤੈਨੂੰ, ਯਾਦ ਦੇ ਬਾਵਜੂਦ ਜੀਵਨ ਵਿੱਚ ਦੁੱਖ ਨੇ। ਇੱਦਾਂ ਦਾ ਉਲਾਂਭਾ ਨਹੀਂ ਸਤਿਗੁਰੂ ਜੀ ਦੇ ਰਹੇ। ਉਹ ਤਾਂ ਕਹਿੰਦੇ ਨੇ ਸਾਡਾ ਹਾਲ ਦੱਸੋ ਸਾਡੇ ਪਿਆਰੇ ਨੂੰ। ਕੀ ਦੱਸਣਾ? ਕਹਿੰਦੇ ਦੱਸੋ ਤੁਧ ਬਿਨ ਰੋਗ, ਰਜਾਈਆਂ ਦਾ ਓਡਣ। ਐ ਪਿਆਰੇ, ਤੈਥੋਂ ਬਿਨਾ ਰੋਗ ਹੈ, ਰਜਾਈਆਂ ਦਾ ਓਡਣ। ਇਹ ਜਿਹੜਾ ਇਸ ਰੁੱਤੇ ਪੋਹ ਦੇ ਮਹੀਨੇ ਦੇ ਵਿੱਚ, ਪੋਹ ਦੇ ਮਹੀਨੇ ਦੇ ਵਿੱਚ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਸ ਸਮੇਂ ਸ਼ਬਦ ਉਚਾਰਨ ਕਰ ਰਹੇ ਨੇ। ਰਜਾਈਆਂ ਦਾ ਨਿੱਘ ਮਾਣ ਰਹੇ ਹਾਂ ਅਸੀਂ ਉਸ ਸਮੇਂ। ਕਹਿੰਦੇ ਰਜਾਈਆਂ ਦਾ ਜਿਹੜਾ ਓਡਣ ਹੈ, ਰਜਾਈਆਂ ਦਾ ਨਿੱਘ ਹੈ, ਅਸਲ ਦੇ ਵਿੱਚ ਜੇ ਤੇਰੇ ਨਾਲੋਂ ਟੁੱਟਦੇ ਆ ਪਿਆਰੇ ਤਾਂ ਇਹ ਵੀ ਇੱਕ ਰੋਗ ਹੈ। ਨਾਗ ਨਿਵਾਸਾਂ ਦੇ ਰਹਿਣਾ, ਨਾਗ ਸੱਪ ਨੂੰ ਕਿਹਾ ਜਾਂਦਾ, ਤੇ ਚੰਗੇ ਚੰਗੇ ਆਲੀਸ਼ਾਨ ਮਕਾਨਾਂ ਦੇ ਵਿੱਚ ਰਹਿਣਾ ਇੱਦਾਂ ਹੈ ਜੇ ਪਰਮਾਤਮਾ ਤੋਂ ਟੁੱਟ ਕੇ ਅਸੀਂ ਰਹਿੰਦੇ ਹਾਂ। ਜਿਵੇਂ ਨਾਗ ਭਾਵ ਸੱਪ, ਘਰ ਦੇ ਸੱਪ ਰਹਿੰਦੇ ਨੇ ਘਰਾਂ ਦੇ ਵਿੱਚ ਆਪਣੀਆਂ ਖੁੱਡਾਂ ਦੇ ਵਿੱਚ। ਉਹ ਕਿੱਦਾਂ ਰਹਿੰਦੇ ਨੇ? ਹੁਣ ਸੱਪ ਦਾ ਜਿਹੜਾ ਸਾਰਾ ਜੀਵਨ ਹੁੰਦਾ ਹੈ, ਇਹ ਵਿਸ਼ ਘੋਲਦਾ ਰਹਿੰਦਾ ਸੱਪ। ਇਹ ਜਿਹੜੀ ਜ਼ਹਿਰ ਹੈ, ਜਦੋਂ ਇਹ ਡੱਸਦਾ ਕਿਸੇ ਮਨੁੱਖ ਨੂੰ, ਇਹ ਚੜ੍ਹਦੀ ਹੈ ਮਨੁੱਖ ਨੂੰ ਤੇ ਮੌਤ ਹੋ ਜਾਂਦੀ ਹੈ। ਜਦੋਂ ਸੱਪ ਦੇ ਅੰਦਰ ਹੁੰਦੀ ਹੈ ਵਿਸ਼, ਤੇ ਇਸ ਨੂੰ ਵੀ ਦੁੱਖ ਦਿੰਦੀ ਹੈ, ਇਸ ਨੂੰ ਵੀ ਤੜਫਾਉਂਦੀ ਹੈ ਵਿਸ਼। ਅੰਦਰ ਹੀ ਅੰਦਰ ਸਭ ਵਿਸ਼ ਘੋਲਦਾ ਰਹਿੰਦਾ। ਤੇ ਇਹਦਾ ਜੀਵਨ ਇੱਦਾਂ ਦਾ, ਭਾਵੇਂ ਇਹਦੇ ਪਾਸ ਵਿਸ਼ ਹੈ, ਇਹ ਜ਼ਹਿਰ ਹੈ, ਪਰ ਇਹ ਲੁਕਿਆ ਹੀ ਰਹਿੰਦਾ ਖੱਡਾਂ ਦੇ ਵਿੱਚ। ਇਹਨੂੰ ਪਤਾ ਕਿ ਜੇਕਰ ਮੈਂ ਕਿਸੇ ਦੇ ਸਾਹਮਣੇ ਆ ਗਿਆ, ਕਿਸੇ ਨੇ ਮੈਨੂੰ ਵੇਖ ਲਿਆ ਮਨੁੱਖ ਨੇ, ਤੇ ਉਸੇ ਸਮੇਂ ਮੈਨੂੰ ਡਾਂਗ ਮਾਰ ਕੇ ਜਾਂ ਸੋਟੇ ਦੇ ਨਾਲ ਖਤਮ ਕਰ ਦੇਣਾ, ਤੇ ਮੈਂ ਜੀਵਤ ਨਹੀਂ ਰਹਿ ਸਕਦਾ। ਡਰ ਦਾ ਮਾਰਾ ਹਰ ਸਮੇਂ ਭੈ ਦੇ ਵਿੱਚ ਇਹ ਸੱਪ ਖੱਡਾਂ ਦੇ ਵਿੱਚ ਹੀ ਰਹਿੰਦਾ। ਪਾਤਸ਼ਾਹ ਜੀ ਕਹਿੰਦੇ ਚੰਗੇ ਚੰਗੇ ਆਲੀਸ਼ਾਨ ਕਮਰਿਆਂ ਦੇ ਵਿੱਚ, ਮਕਾਨਾਂ ਦੇ ਵਿੱਚ ਰਹਿਣਾ ਇੱਦਾਂ ਪਰਮਾਤਮਾ ਜੇ ਤੇ ਤੋਂ ਟੁੱਟ ਕੇ ਰਹਿੰਦੇ ਆ, ਤੇਰੀ ਯਾਦ ਤੋਂ ਬਿਨਾਂ ਰਹਿੰਦੇ ਆ, ਕਹਿੰਦੇ ਜਿਵੇਂ ਨਾਗ ਨਿਵਾਸਾਂ ਦਾ ਰਹਿਣਾ। ਜਿਵੇਂ ਨਾਗ ਆਪਣੇ ਘਰਾਂ ਦੇ ਵਿੱਚ, ਸੱਪ ਆਪਣੇ ਘਰਾਂ ਦੇ ਵਿੱਚ ਨਿਵਾਸ ਰੱਖਦੇ ਨੇ, ਇਸੇ ਤਰ੍ਹਾਂ ਰਹਿਣਾ ਉਹਨਾਂ ਮਨੁੱਖਾਂ ਦਾ ਜਿਹੜੇ ਤੇਰੀ ਯਾਦ ਨਾਲੋਂ ਟੁੱਟਦੇ ਨੇ। ਅੱਗੇ ਹੋਰ ਫਰਮਾਨ ਕਰਦੇ ਨੇ, ਸੂਲ ਸੁਰਾਹੀ ਖੰਜਰ ਪਿਆਲਾ। ਇਹ ਵਧੀਆ ਵਧੀਆ ਬਰਤਨ, ਜਿਨ੍ਹਾਂ ਵਧੀਆ ਵਧੀਆ ਬਰਤਨਾਂ ਦੇ ਵਿੱਚ ਅਸੀਂ ਪਾ ਕੇ ਪਦਾਰਥ ਛਕਣੇ ਨੇ, ਉਹਨਾਂ ਪਦਾਰਥਾਂ ਦੇ ਜ਼ਿਕਰ ਕਰਦੇ ਨੇ, ਉਹਨਾਂ ਪਿਆਲਿਆਂ ਦਾ ਜ਼ਿਕਰ ਕਰਦੇ ਨੇ। ਕਹਿੰਦੇ ਪਰਮਾਤਮਾ ਤੇਰੇ ਨਾਲੋਂ ਟੁੱਟ ਕੇ ਜੀਵਨ ਜਿਉਣਾ ਐਦਾਂ ਜਿਵੇਂ ਉਹ ਸੁਰਾਹੀ ਸੂਲ ਹੋਵੇ। ਸੂਲ ਦੁਖਦਾਈ ਹੈ ਨਾ, ਤੇਰੇ ਨਾਲੋਂ ਟੁੱਟ ਕੇ ਸੁਰਾਹੀ ਦੀ ਵਰਤੋਂ ਕਰਨੀ ਸੂਲ ਹੈ। ਤੇ ਖੰਜਰ ਪਿਆਲਾ, ਪਿਆਲਾ ਜਿਹੜਾ ਭਾਵੇਂ ਅਸੀਂ ਵਧੀਆ ਵਧੀਆ ਪਦਾਰਥ ਪਾ ਕੇ ਉਸ ਦੇ ਵਿੱਚ ਛਕਦੇ ਹਾਂ, ਸੁਖਦਾਇਕ ਹੈ,
ਪਰ ਜੇ ਤੇਰੇ ਨਾਲ ਟੁੱਟ ਕੇ ਉਹਦਾ ਪ੍ਰਯੋਗ ਕਰਨਾ ਤੇ ਉਹ ਖੰਜਰ ਦੇ ਨਿਆਈ ਹੈ। ਤੇ ਬਿੰਗ ਕਸਾਈਆਂ ਦਾ ਸਹਿਣਾ, ਕਸਾਈਆਂ ਦੇ ਪਾਸ ਇੱਕ ਬਿੰਗਾ ਜਿਹਾ ਮੁੜਿਆ ਹੋਇਆ, ਇੱਕ ਜਿਹਨੂੰ ਅਸੀਂ ਦਾਤ ਵੀ ਕਹਿ ਦਿੰਦੇ ਹਾਂ, ਜਿਹਦੇ ਨਾਲ ਉਹ ਜਾਨਵਰਾਂ ਨੂੰ ਵੱਢਦੇ ਨੇ, ਉਹ ਹਥਿਆਰ ਹੁੰਦਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਮਿੱਤਰ ਪਿਆਰੇ, ਤੇਰੇ ਵਿਜੋਗ ਦੇ ਵਿੱਚ ਤੇਰੇ ਨਾਲ ਟੁੱਟ ਕੇ ਰਹਿਣਾ ਇੱਦਾਂ ਵੈ ਜਿਵੇਂ ਉਹ ਬਿੰਗਾ ਹਥਿਆਰ ਜਿਹੜੇ ਕਸਾਈ ਵਰਤਦੇ ਨੇ, ਉਸ ਦੇ ਨਾਲ ਵਾਰ ਕਰਦੇ ਨੇ, ਤੇ ਉਹ ਜਿਹੜੀ ਪੀੜਾ ਹੁੰਦੀ ਹੈ ਉਹ ਪੀੜਾ ਦੇ ਵਿੱਚ ਰਹਿਣ ਦੇ ਬਰਾਬਰ ਹੈ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਭਾਵ ਯਾਰ ਦਾ, ਯਾਰ ਮਿੱਤਰ। ਫਿਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਵਾਸਤੇ ਸ਼ਬਦ ਯਾਰ ਮਿੱਤਰ ਵਰਤਿਆ। ਕਹਿੰਦੇ ਉਹਦਾ ਸੱਥਰ ਸਾਨੂੰ ਚੰਗਾ। ਸੱਥਰ ਕਿਹਾ ਜਾਂਦਾ ਜਿਹੜਾ ਭੂਮੀ ਦੇ ਆਸਣ ਲਾਉਣਾ, ਕਿਸੇ ਪਲੰਘ ਤੇ ਨਾ ਪੈਣਾ, ਚੰਗੇ ਘਰ ਦੇ ਵਿੱਚ ਨਾ ਰਹਿਣਾ, ਭੂਮੀ ਦੇ ਆਸਣ ਲਾਉਣਾ, ਪਰ ਰਹਿਣਾ ਉਹਦੀ ਯਾਦ ਦੇ ਵਿੱਚ। ਕਹਿੰਦੇ ਅੱਜ ਮਾਛੀਵਾੜੇ ਦੇ ਜੰਗਲ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਭੂਮੀ ਦੇ ਉੱਪਰ ਹੀ ਆਸਣ ਲਾਇਆ, ਉਹ ਪਲੰਘ ਵੀ ਹੈ ਨਹੀਂ, ਟਿੰਡ ਦਾ ਸਰਾਣਾ ਲਾਇਆ ਭਾਵੇਂ, ਪਰ ਸਾਨੂੰ ਤੇਰਾ ਸੱਥਰ ਪਾਤਸ਼ਾਹ, ਇਹ ਸੱਥਰ ਦਿੱਤਾ ਹੋਇਆ ਭੂਮ ਸੈਨ ਚੰਗਾ, ਕਿਉਂਕਿ ਤੂੰ ਸਾਡੀ ਯਾਦ ਦੇ ਵਿੱਚ ਹੈ, ਤੂੰ ਸਾਡੇ ਚਿੱਤ ਦੇ ਵਿੱਚ ਹੈ। ਤੇ ਭੱਠ ਖੇੜਿਆਂ ਦਾ ਰਹਿਣਾ, ਚੰਗੇ ਭਲੇ ਪਰਿਵਾਰਾਂ ਦੇ ਵਿੱਚ ਰਹਿਣਾ, ਤੇਰੇ ਨਾਲੋਂ ਟੁੱਟ ਕੇ ਰਹਿਣਾ, ਉਹ ਭੱਠ ਦੇ ਸਮਾਨ ਹੈ, ਭੱਠੇ ਦੇ ਸਮਾਨ ਹੈ। ਜਿਵੇਂ ਭੱਠ ਦੇ ਵਿੱਚ ਰਹੀਦਾ ਇੱਦਾਂ ਹੈ ਪਾਤਸ਼ਾਹ ਜੀ ਕਹਿੰਦੇ। ਇਹ ਹੈ ਪਿਆਰ ਸਤਿਗੁਰੂ ਜੀ ਦਾ ਅਕਾਲ ਪੁਰਖ ਦੇ ਨਾਲ। ਕੋਈ ਗਿਲਾ ਸ਼ਿਕਵਾ ਨਹੀਂ, ਸਗੋਂ ਚੜ੍ਹਦੀ ਕਲਾ ਦੇ ਵਿੱਚ ਨੇ ਕਿ ਸਾਡਾ ਹਾਲ ਹੈ, ਅਸੀਂ ਤੇਰੇ ਨਾਲ ਜੁੜੇ ਹੋਏ ਹਾਂ, ਇਸ ਕਰਕੇ ਅਸੀਂ ਆਨੰਦ ਦੇ ਵਿੱਚ ਹਾਂ। ਤੇ ਪਾਤਸ਼ਾਹ ਜੀ ਇਸ ਪਾਵਨ ਸਥਾਨ 'ਤੇ ਵੀ ਬੈਠੇ ਨੇ, ਕੋਈ ਮਨ ਦੇ ਵਿੱਚ ਦੁੱਖ ਨਹੀਂ ਉਹਨਾਂ ਦੇ, ਸਗੋਂ ਆਨੰਦ ਦੇ ਵਿੱਚ ਨੇ। ਆਨੰਦ ਕੀ ਹੈ? ਉਹ ਅਸਲ ਵਿੱਚ ਆਨੰਦ ਇਹ ਹੈ ਕਿ ਜਿਹੜੇ ਸੰਕਲਪ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਲਏ, ਉਹਨਾਂ ਨੂੰ ਪੂਰਾ ਕਰ ਚੁੱਕੇ ਨੇ। ਸੰਕਲਪ ਕਿਹੜੇ ਲਏ ਨੇ ਉਹ? ਅਸਲ ਵਿੱਚ ਜਿਹੜੇ ਮਨੁੱਖ ਕ੍ਰਾਂਤੀਕਾਰੀ ਹੁੰਦੇ ਆ ਨਾ, ਜਿਹੜੇ ਇਨਕਲਾਬ ਲਿਆਉਣਾ ਚਾਹੁੰਦੇ ਨੇ, ਜਿਹੜੇ ਤਬਦੀਲੀ ਸਮਾਜ ਦੇ ਵਿੱਚ ਲਿਆਉਣਾ ਚਾਹੁੰਦੇ ਨੇ, ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਜੇ ਤਬਦੀਲੀ ਸਮਾਜ ਦੇ ਵਿੱਚ ਲਿਆਉਣੀ ਹੈ ਤੇ ਔਕੜਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਪਵੇਗਾ। ਇਹ ਗੱਲ ਪਹਿਲਾਂ ਹੀ ਕਲੀਅਰ ਹੁੰਦੀ ਹੈ ਕਿ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ, ਤੇ ਉਹਨਾਂ ਤੋਂ ਘਬਰਾਉਂਦੇ ਨਹੀਂ ਫਿਰ ਉਹ, ਕਿਉਂਕਿ ਉਹਨਾਂ ਦਾ ਜਿਹੜਾ ਏਮ ਹੁੰਦਾ, ਨਿਸ਼ਾਨਾ, ਲਕਸ਼ ਹੁੰਦਾ, ਉਸ ਲਕਸ਼ ਤੱਕ ਪਹੁੰਚਣਾ ਹੁੰਦਾ। ਇਸ ਹਿੰਦੁਸਤਾਨ ਦੀ ਧਰਤੀ ਤੇ ਹਜ਼ਾਰਾਂ ਸਾਲ ਪਹਿਲਾਂ ਵਿਦੇਸ਼ੀ ਹਕੂਮਤਾਂ ਨੇ ਰਾਜ ਕੀਤਾ। ਇਸ ਹਿੰਦੁਸਤਾਨ ਦੀ ਧਰਤੀ ਨੂੰ ਚੰਗੀ ਤਰ੍ਹਾਂ ਦੇ ਨਾਲ ਲੁੱਟਿਆ, ਘਸੁੱਟਿਆ। ਇੱਥੋਂ ਦੇ ਲੋਕਾਂ ਨੂੰ ਇੱਦਾਂ ਜਲੀਲ ਕੀਤਾ ਕਿ ਇਹ ਗੁਲਾਮ ਰਹਿਣਾ ਪਸੰਦ ਕਰ ਚੁੱਕੇ ਸਨ। ਇਹ ਸੋਚ ਹੀ ਨਹੀਂ ਸਕਦੇ ਨੇ ਕਿ ਅਸੀਂ ਕਦੇ ਆਜ਼ਾਦ ਵੀ ਹੋ ਸਕਦੇ ਹਾਂ। ਜਦੋਂ ਪਾਤਸ਼ਾਹ ਜੀ ਹਥਿਆਰਾਂ ਦੀ ਗੱਲ ਕਰਦੇ ਨੇ ਕਿ ਹਥਿਆਰ ਫੜੋ ਭਾਈ ਹੱਥਾਂ ਦੇ ਵਿੱਚ, ਹਰ ਸਿੰਘ ਸ਼ਸਤਰਧਾਰੀ ਹੋਵੋ, ਤੇ ਇੱਥੋਂ ਦੇ ਲੋਕਾਂ ਦੀ ਜ਼ਮੀਰ ਮਰੀ ਹੋਈ ਹੈ, ਜ਼ਮੀਰ ਮਰ ਚੁੱਕੀ ਹੈ। ਤੇ ਇਹ ਤਾਂ ਕਹਿੰਦੇ ਨੇ, ਕਹਿੰਦੇ ਹਮ ਤੋਂ ਤੋਲਨ ਜਾਣੇ ਤੱਕੜੀ, ਨੰਗੀ ਕਰਦ ਨਾ ਕਬਹੂ ਪਕੜੀ। ਅਸੀਂ ਤਾਂ ਤੱਕੜੀ ਤੋਲਣ ਜਾਣਦੇ ਹਾਂ, ਅਸੀਂ ਤਾਂ ਕਦੇ ਹੱਥ ਦੇ ਵਿੱਚ ਨੰਗੀ ਕਰਦ ਨਹੀਂ ਫੜੀ। ਚਿੜੀ ਉੜੀ ਸੇ ਹਮ ਡਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਚਿੜੀ ਉੜਦੀ ਹੈ ਤੇ ਤਰਾਹ ਨਿਕਲ ਜਾਂਦਾ ਸਾਡਾ, ਤੇ ਮੁਗਲਾਂ ਦੇ ਨਾਲ ਤੁਸੀਂ ਲੜਨ ਦੀਆਂ ਗੱਲਾਂ ਕਰਦੇ ਹੋ। ਪਾਤਸ਼ਾਹ ਜੀ ਨੂੰ ਕਹਿੰਦੇ, ਪਾਤਸ਼ਾਹ ਜੀ ਨੇ ਵੇਖ ਲਈ ਇਸ ਧਰਤੀ ਦੀ ਮਾਨਸਿਕ ਦਸ਼ਾ, ਤੇ ਦੇਖ ਕੇ ਕੀ ਆਖਦੇ ਨੇ, ਚਿੜੀਓਂ ਸੇ ਮੈਂ ਬਾਜ ਲੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਕਹਿੰਦੇ ਸਾਡਾ ਵੀ ਇਹ ਸੰਕਲਪ ਹੈ, ਜੇ ਤੁਸੀਂ ਇੱਦਾਂ ਚਿੜੀ ਉੜੀ ਤੋਂ ਡਰਦੇ ਹੋ, ਤੁਸੀਂ ਹੱਥ ਦੇ ਵਿੱਚ ਨੰਗੀ ਕਰਦ ਨਹੀਂ ਫੜ ਸਕਦੇ, ਤੇ ਮੈਂ ਵੀ ਕਹਿੰਦੇ ਫਿਰ ਚਿੜੀਆਂ ਦੇ ਨਾਲ ਫਿਰ ਬਾਜਾਂ ਨੂੰ ਲੜਾਵਾਂਗਾ, ਸਵਾ ਲੱਖ ਦੇ ਨਾਲ ਇੱਕ ਨੂੰ ਲੜਾਵਾਂਗਾ, ਤਾਂ ਮੈਂ ਕਹਾਂਗਾ ਆਪਣਾ ਨਾਮ ਕਹਾਵਾਂਗਾ। ਤੇ ਇਹ ਸੰਕਲਪ ਪਾਤਸ਼ਾਹ ਜੀ ਪੂਰਾ ਕਰਕੇ ਇਸ ਸਥਾਨ ਤੇ ਆਏ ਨੇ, ਚਮਕੌਰ ਦੀ ਧਰਤੀ ਤੇ। 4 ਸੰਕਲਪ ਪਾਤਸ਼ਾਹ ਜੀ ਨੇ ਪੂਰੇ ਕੀਤੇ। ਪਹਿਲਾ ਸੰਕਲਪ ਇਹ, ਹੁਣ ਚਮਕੌਰ ਦੀ ਧਰਤੀ ਤੇ ਜਦੋਂ ਲੜਾਈ ਹੋਈ ਹੈ, 8 ਪੋਹ ਦੀ ਸਵੇਰ ਹੋਈ ਹੈ, ਪਹਿਲਾਂ ਤਾਂ ਇੱਕਦਮ ਅਟੈਕ ਕਰਨ ਵਾਸਤੇ ਆਖਿਆ ਗਿਆ ਸੀ,
ਵਜ਼ੀਰ ਖਾਂ ਵੱਲੋਂ ਕਿ ਟੁੱਟ ਕੇ ਪੈ ਜਾਓ। ਜਦੋਂ ਸਿੰਘਾਂ ਨੇ ਮੁਕਾਬਲਾ ਕੀਤਾ, ਸਤਿਗੁਰੂ ਜੀ ਗੜੀ ਦੀ ਮਮਟੀ ਤੇ ਬੈਠੇ ਨੇ, ਉਹਨਾਂ ਨੇ ਵੀ ਤੀਰਾਂ ਦੀ ਵਾਰਸ਼ ਲਾਤੀ। ਵੱਡੇ ਵੱਡੇ ਜਰਨੈਲ ਆਏ ਨੇ ਫੜਨ ਵਾਸਤੇ, ਪੌੜੀਆਂ ਲਾਹ ਕੇ, ਨਾਹਰ ਖਾਂ ਵਰਗੇ, ਗਨੀ ਖਾਂ ਵਰਗੇ। ਜਦੋਂ ਪਾਤਸ਼ਾਹ ਜੀ ਨੇ ਇੱਕ ਇੱਕ ਤੀਰ ਬਖਸ਼ ਕੇ ਉਹਨਾਂ ਨੂੰ ਸਦਾ ਦੀ ਨੀਂਦੇ ਸਵਾ ਦਿੱਤਾ, ਤੇ ਫਿਰ ਵੇਖ ਲਿਆ ਵੀ ਔਖਾ ਕੰਮ, ਫਿਰ ਪਿੱਛੇ ਹਟ ਕੇ ਖੜ ਗਏ। ਹੁਣ ਪਾਤਸ਼ਾਹ ਜੀ ਉਹ ਬਚਨ ਜਿਹੜਾ 1.25 ਲੱਖ ਸੇ ਏਕ ਲੜਾਊਂ ਜਿਹੜਾ ਆਖਿਆ ਸੀ ਨਾ, ਇਸ ਧਰਤੀ ਤੇ ਸੰਕਲਪ ਨੂੰ ਪੂਰਾ ਕਰ ਰਹੇ ਨੇ। ਜਦੋਂ ਮਨੁੱਖ ਨੇ ਕੋਈ ਸੰਕਲਪ ਕੀਤਾ ਹੋਵੇ ਕਿਸੇ ਨੇ ਵੀ, ਉਹ ਸੰਕਲਪ ਦੀ ਜਦੋਂ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੋਵੇ ਨਾ, ਤੇ ਫਿਰ ਉਹਦੇ ਵਾਸਤੇ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਬੜਾ ਆਨੰਦਮਈ ਜੀਵਨ ਬਣ ਜਾਂਦਾ। ਉਹਨਾਂ ਦਾ ਆਨੰਦ ਵਿੱਚ ਆ ਜਾਂਦੇ ਨੇ ਕਿ ਜਿਹੜਾ ਸੰਕਲਪ ਲਿਆ ਸੀ ਉਹ ਪੂਰਾ ਹੋ ਚੁੱਕਾ। 5 ਸਿੰਘਾਂ ਦੇ ਜਥੇ ਨੂੰ ਭੇਜਿਆ ਜਾ ਰਿਹਾ, ਲੱਖਾਂ ਦੀ ਫੌਜ ਹੈ। ਅਸਲ ਵਿੱਚ ਪਾਤਸ਼ਾਹ ਜੀ ਨੇ ਇੱਕ ਨੂੰ ਲੱਖਾਂ ਦੇ ਨਾਲ ਲੜਾ ਦਿੱਤਾ। ਲੱਖ ਦਾ ਮੁਕਾਬਲਾ 1.25 ਲੱਖ ਦਾ ਇੱਕ ਇੱਕ ਸਿੰਘ ਕਰ ਰਿਹਾ। ਭਾਵੇਂ ਠੀਕ ਹੈ, ਇਹ ਗੱਲ ਕਲੀਅਰ ਹੈ ਕਿ ਸ਼ਹਾਦਤ ਹੋਵੇਗੀ, ਇੱਕ ਦਾ 1.25 ਲੱਖ ਦੇ ਨਾਲ ਕੀ ਮੁਕਾਬਲਾ। ਪਰ ਉਹਨਾਂ ਦੇ ਅੰਦਰ ਜਿਹੜਾ ਚਾਅ ਮਲਾਰ ਸ਼ਹਾਦਤਾਂ ਵਾਸਤੇ, ਜੋ ਪਾਤਸ਼ਾਹ ਜੀ ਨੇ ਆਪਣੀ ਅਗਵਾਈ ਦੇ ਵਿੱਚ ਫੌਜ ਨੂੰ ਜਥੇਬੰਦ ਕੀਤਾ, ਜਿਹੜੇ ਕਹਿੰਦੇ ਸੀ ਚਿੜੀ ਉੜੀ ਸੇ ਹਮ ਡਰ ਜਾਏ, ਉਹਨਾਂ ਦੇ ਅੰਦਰ ਅਜਿਹੀ ਸ਼ਕਤੀ ਭਰ ਦਿੱਤੀ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਕਿ 1.25 ਲੱਖ ਦੇ ਅੱਗੇ ਵੀ ਲਲਕਾਰਦੇ ਜਾਂਦੇ ਨੇ ਤੇ ਚਾਅ ਦੇ ਨਾਲ ਜਾ ਰਹੇ ਨੇ। ਪਤਾ ਸਭ ਨੂੰ ਹੋਣੀ ਸ਼ਹਾਦਤ ਹੈ, ਪਰ ਫਿਰ ਵੀ ਚਾਅ ਦੇ ਨਾਲ ਜਾ ਰਹੇ ਨੇ। ਇਹ ਸੰਕਲਪ ਨੂੰ ਪੂਰਾ ਕਰਕੇ ਪਾਤਸ਼ਾਹ ਜੀ ਇਸ ਪਾਵਨ ਸਥਾਨ ਤੇ ਪਹੁੰਚੇ ਨੇ। ਪਹਿਲਾ ਇਹ ਸੰਕਲਪ। ਦੂਜਾ, ਜਦੋਂ ਅੰਮ੍ਰਿਤ ਦੀ ਦਾਤ 5 ਪਿਆਰਿਆਂ ਨੂੰ ਦਿੱਤੀ ਹੈ ਪਾਤਸ਼ਾਹ ਜੀ ਨੇ, ਉਸ ਤੋਂ ਬਾਅਦ ਉਹਨਾਂ ਤੋਂ ਮੰਗ ਆਪ ਕੀਤੀ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਪਾਤਸ਼ਾਹ ਜੀ ਅਸੀਂ ਆਪਣਾ ਸੀਸ ਦਿੱਤਾ ਤੇ ਤੁਸੀਂ ਅੰਮ੍ਰਿਤ ਦੀ ਦਾਤ ਦਿੱਤੀ ਹੈ। ਹੁਣ ਤੁਸੀਂ ਅੰਮ੍ਰਿਤ ਦੀ ਦਾਤ ਮੰਗ ਰਹੇ ਹੋ, ਤੁਸੀਂ ਕੀ ਦਿਓਗੇ? ਸੀਸ ਹਾਜ਼ਰ ਹੈ ਪਾਤਸ਼ਾਹ ਜੀ ਕਹਿੰਦੇ ਅਸੀਂ ਸਿੱਖ ਹਾਂ ਤੇ ਤੁਸੀਂ ਗੁਰੂ ਹੋ। ਸਿੱਖ ਵੀ ਸੀਸ ਦੇਵੇ, ਗੁਰੂ ਦਾ ਰੁਤਬਾ ਵੱਡਾ, ਗੁਰੂ ਵੀ ਸੀਸ ਦੇਵੇ, ਉਨੀ ਕੀ ਭੇਟਾ ਗੁਰੂ ਦੇਵੇ। ਤੇ ਪਾਤਸ਼ਾਹ ਜੀ ਕਹਿਣ ਲੈ, ਹੁਣ ਮੇਰਾ ਸੀਸ ਤੁਹਾਡੇ ਵਾਸਤੇ ਹਾਜ਼ਰ ਹੈ। ਵੈਸੇ ਪਹਿਲਾਂ ਆਪਣੇ ਪਿਤਾ ਦਾ ਸੀਸ ਦੇ ਚੁੱਕੇ ਹਾਂ 9 ਸਾਲ ਦੀ ਉਮਰ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕੌਮ ਤੇ ਪੀੜਾ ਪਵੇਗੀ, ਭੀੜ ਬਣੇਗੀ, ਤੇ ਆਪਣੇ ਪਰਿਵਾਰ ਦੇ ਜਿਸ ਵਿਅਕਤੀ ਦਾ ਸੀਸ ਦੀ ਪੰਥ ਨੂੰ ਲੋੜ ਹੋਵੇਗੀ, ਮੈਂ ਚਾਅ ਦੇ ਨਾਲ ਭੇਜਾਂਗਾ। ਸਰਬੰਸ ਵੀ ਵਾਰਨਾ ਪਿਆ ਤੇ ਦਿਆਂਗਾ। ਇਹ ਹੈ ਦੂਸਰਾ ਸੰਕਲਪ। ਤੇ ਪਾਤਸ਼ਾਹ ਜੀ ਜਦੋਂ ਜਾ ਰਹੇ ਨੇ ਚਮਕੌਰ ਦੀ ਗੜੀ ਦੇ ਵਿੱਚ, ਜਦੋਂ 5 ਜਥੇ ਬਾਹਰ ਭੇਜ ਰਹੇ ਨੇ, ਦੂਜਾ ਗਿਆ, ਤੀਜਾ ਜਥਾ ਗਿਆ, ਸਾਹਿਬਜ਼ਾਦਾ ਅਜੀਤ ਸਿੰਘ, ਉਹਨਾਂ ਦਾ ਖੂਨ ਵੀ ਖੌਲ ਉੱਠਿਆ। ਉਹਨਾਂ ਨੇ ਵੀ ਆਪਣੇ ਪਿਤਾ ਜੀ ਅੱਗੇ ਆਖਿਆ, ਸਤਿਗੁਰੂ ਜੀ ਮੈਨੂੰ ਵੀ ਆਗਿਆ ਦਿਓ। ਬਾਬਾ ਅਜੀਤ ਸਿੰਘ ਨੂੰ, ਆਪਣੇ ਵੱਡੇ ਸਾਹਿਬਜ਼ਾਦੇ ਨੂੰ, ਪਾਤਸ਼ਾਹ ਜੀ ਆਪ ਜੰਗ ਦੇ ਮੈਦਾਨ ਦੇ ਵਿੱਚ ਭੇਜ ਰਹੇ ਨੇ। ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਵੱਡੇ ਭਰਾ ਨੂੰ ਸ਼ਹੀਦ ਹੁੰਦੇ ਵੇਖ ਕੇ ਛੋਟੇ ਭਰਾ ਵੀ ਕਹਿਣ ਲੱਗ ਪਏ, ਪਿਤਾ ਜੀ ਮੈਨੂੰ ਵੀ ਆਗਿਆ ਦਿਓ। ਹੁਣ ਦੇਖੋ, ਪਰਿਵਾਰ ਖੇਰੂ ਹੋ ਚੁੱਕਾ। ਛੋਟੇ ਸਾਹਿਬਜ਼ਾਦਿਆਂ ਦਾ ਪਤਾ ਕੁਝ ਨਹੀਂ, ਵੱਡੇ ਨਾਲ ਨੇ, ਵੱਡਿਆਂ ਵਿੱਚੋਂ ਇੱਕ ਸ਼ਹਾਦਤ ਦਾ ਜਾਮ ਪੀ ਚੁੱਕਾ। ਇੱਕ ਰਹਿ ਗਿਆ ਸਾਹਮਣੇ, ਬਾਬਾ ਜੁਝਾਰ ਸਿੰਘ। ਸਿੰਘਾਂ ਨੇ ਬਹੁਤ ਕਿਹਾ, ਪਾਤਸ਼ਾਹ ਜੀ ਨਿਸ਼ਾਨੀ ਰੱਖ ਲਓ ਆਪਣੀ, ਪਰ ਪਾਤਸ਼ਾਹ ਜੀ ਆਪਣੇ ਇਰਾਦੇ ਤੇ ਦ੍ਰਿੜ ਰਹੇ। ਇਹ ਵੀ ਮੇਰੇ ਬੱਚੇ ਨੇ ਸਿੰਘ ਜਿਹੜੇ ਸ਼ਹਾਦਤ ਦਾ ਜਾਮ ਪੀ ਰਹੇ ਨੇ। ਬਾਬਾ ਜੁਝਾਰ ਸਿੰਘ ਜੀ ਨੂੰ ਵੀ ਪਾਤਸ਼ਾਹ ਜੀ ਨੇ ਭੇਜਿਆ। ਅਸਲ ਵਿੱਚ ਜਿਹੜਾ ਉਹ ਸੰਕਲਪ ਲਿਆ ਸੀ ਪਾਤਸ਼ਾਹ ਜੀ ਨੇ, ਦੂਸਰਾ ਸੰਕਲਪ, ਉਹਦੀ ਪਹਿਲੀ ਕਿਸ਼ਤ ਵੀ ਚਮਕੌਰ ਦੀ ਗੜੀ ਦੇ ਵਿੱਚ ਪਾਤਸ਼ਾਹ ਜੀ ਨੇ ਉਤਾਰ ਦਿੱਤੀ। ਬਾਬਾ ਜੁਝਾਰ ਸਿੰਘ ਜੀ ਦੀ ਵੀ ਸ਼ਹਾਦਤ ਹੋਈ। ਉਹ ਦੂਜਾ ਸੰਕਲਪ ਪੂਰਾ ਕਰਕੇ ਵੀ ਪਾਤਸ਼ਾਹ ਜੀ ਫਿਰ ਇਸ ਪਾਵਨ ਸਥਾਨ ਤੇ ਪਹੁੰਚੇ। ਤੀਜਾ ਸੰਕਲਪ ਕੀ ਸੀ? ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਹੈ, ਖਾਲਸਾ ਪੰਥ ਸਜਾਇਆ ਪਾਤਸ਼ਾਹ ਜੀ ਨੇ, ਉਸ ਸਮੇਂ ਅਸਲ ਵਿੱਚ ਖਾਲਸਾ ਪੰਥ ਨੂੰ ਗੁਰੂ ਹੋਣ ਦਾ ਮਾਣ ਦੇ ਦਿੱਤਾ ਸੀ ਕਿ 5 ਸਿੰਘ ਜੋ ਵੀ ਬਚਨ ਕਰਨਗੇ ਉਹਨੂੰ ਸਾਰਾ ਪੰਥ ਮੰਨੇਗਾ ਤੇ ਅਸੀਂ ਵੀ ਮੰਨਾਂਗੇ। ਚਮਕੌਰ ਦੀ ਗੜੀ ਤੇ ਜਦੋਂ ਇਹ ਸ਼ਹਾਦਤਾਂ ਹੋਈਆਂ ਦਿਨ ਵੇਲੇ, 8 ਪੋਹ ਦੀ ਸਵੇਰ, 8 ਪੋਹ ਦਾ ਦਿਨ, 8 ਪੋਹ ਦੀ ਰਾਤ ਹੋਈ, ਜਦੋਂ ਰਹਿਰਾ ਸਾਹਿਬ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਹੁਣ ਵਿਉਂਤਬੰਦੀ ਬਣ ਲੱਗੀ ਹੈ ਕਿ 9 ਪੋਹ ਨੂੰ ਕੀ ਕਰਨਾ।
9 ਪੋਹ ਵਾਲੇ ਦਿਨ ਕੀ ਕੁਝ ਬਿਉਂਤਬੰਦੀ ਪਾਤਸ਼ਾਹ ਜੀ ਆਖਣ ਲੱਗੇ, ਪਹਿਲਾ ਜਥਾ ਲੈ ਕੇ ਹੁਣ ਅਸੀਂ ਜਾਵਾਂਗੇ ਕੱਲ੍ਹ ਨੂੰ ਮੈਦਾਨੇ ਜੰਗ ਦੇ ਵਿੱਚ ਤੇ ਸ਼ਹਾਦਤ ਦਾ ਜਾਮ ਪੀਵਾਂਗੇ। ਸਿੱਖ ਘਬਰਾ ਗਏ ਕਿ ਸਤਿਗੁਰੂ ਜੀ ਚਲੇ ਗਏ ਤੇ ਸ਼ਹਾਦਤ ਹੋ ਜਾਵੇਗੀ। ਸਤਿਗੁਰੂ ਜੀ ਨੂੰ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਾਉਣਾ ਤਾਂ ਜੇ ਧਰਮ ਦਾ ਪ੍ਰਚਾਰ ਕਰ ਸਕਣ ਤੇ ਹੋਰ ਸਿੰਘ ਸਜਾ ਸਕਣ ਤੇ ਜਾਬਰ ਹਕੂਮਤ ਦੇ ਵਿਰੁੱਧ ਫੇਰ ਟੱਕਰ ਲੈ ਸਕਣ। ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਬਿਲਕੁਲ ਨਹੀਂ ਮੰਨੇ, ਅਟਲ ਰਹੇ। ਫਿਰ ਭਾਈ ਦਇਆ ਸਿੰਘ, ਉਹਨਾਂ ਨੇ ਅਗਵਾਈ ਦੇ ਵਿੱਚ ਸਿੰਘ ਇਕੱਠੇ ਕੀਤੇ 5 ਤੇ ਪਾਤਸ਼ਾਹ ਜੀ ਅੱਗੇ ਗਏ। ਪਾਤਸ਼ਾਹ ਜੀ ਤੁਸੀਂ ਸੰਕਲਪ ਲਿਆ ਸੀ ਕਿ 5 ਸਿੰਘ ਜੋ ਵੀ ਬਚਨ ਕਰਨਗੇ ਉਹਨਾਂ ਬਚਨਾਂ ਦੇ ਉੱਪਰ ਪਹਿਰਾ ਦਿੱਤਾ ਜਾਵੇਗਾ। ਅੱਜ ਅਸੀਂ ਕੌਮ ਦੀ ਭਲਾਈ ਵਾਸਤੇ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਗੜੀ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਓ ਤੇ ਹੋਰ ਸਿੰਘਾਂ ਨੂੰ ਅੰਮ੍ਰਿਤ ਛਕਾਓ ਤੇ ਜਾਬਰ ਇਸ ਜ਼ੁਲਮੀ ਹਕੂਮਤ ਦੇ ਵਿਰੁੱਧ ਤੁਸੀਂ ਸਿੰਘਾਂ ਨੂੰ ਤਿਆਰ ਕਰਕੇ ਉਹਨਾਂ ਦੇ ਵਿਰੁੱਧ ਫਿਰ ਲੜਾਈ ਕਰੋ। ਉਸ ਸਮੇਂ ਪਾਤਸ਼ਾਹ ਜੀ ਨੇ ਫਿਰ ਹੁਕਮ ਨੂੰ ਮੰਨਿਆ। ਇਹ ਤੀਜਾ ਸੰਕਲਪ ਉਸ ਦਿਨ ਪੂਰਾ ਕੀਤਾ ਪਾਤਸ਼ਾਹ ਜੀ ਨੇ। 5 ਸਿੰਘਾਂ ਦੇ ਹੁਕਮ ਦੇ ਅੱਗੇ ਪਾਤਸ਼ਾਹ ਜੀ ਨੇ ਸੀਸ ਨਵਾ ਦਿੱਤਾ ਕਿ ਜੋ ਹੁਕਮ। ਅਗਲੇ ਬਿਉਂਤਬੰਦੀ ਫਿਰ ਪਾਤਸ਼ਾਹ ਜੀ ਨੇ ਬਣਾਈ। ਚੌਥਾ ਸੰਕਲਪ ਪਾਤਸ਼ਾਹ ਜੀ ਦਾ ਇਹ ਸੀ, ਜਦੋਂ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਪਹਾੜੀ ਰਾਜੇ ਖੁਸ਼ ਨਹੀਂ ਸੀ। ਸਤਿਗੁਰੂ ਜੀ ਦੀ ਚੜ੍ਹਦੀ ਕਲਾ ਵੇਖ ਕੇ, ਉਸ ਤੋਂ ਪਹਿਲਾਂ ਭੰਗਾਣੀ ਦਾ ਯੁੱਧ ਵੀ ਹੋ ਚੁੱਕਾ ਸੀ, ਇਹਦੇ ਵਿੱਚ ਕਰਾਰੀ ਹਾਰ, ਪਹਾੜੀ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਪਰ ਟੱਕਰ ਸਿੱਧੀ ਲੈ ਨਹੀਂ ਸਕਦੇ ਸੀ ਪਾਤਸ਼ਾਹ ਜੀ ਨਾਲ। ਅੰਮ੍ਰਿਤ ਦੀ ਦਾਤ ਦਿੱਤੀ, ਇਹ ਪਤਾ ਲੱਗ ਗਿਆ ਕਿ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਹੈ ਪਾਤਸ਼ਾਹ ਜੀ ਨੇ, ਇੱਕੋ ਬਾਟੇ ਦੇ ਵਿੱਚੋਂ ਸਾਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ। ਜਾਤ ਪਾਤ ਦਾ ਬਹੁਤ ਬੋਲਬਾਲਾ ਸੀ। ਵੈਸੇ ਜਾਤ ਪਾਤ ਦੇ ਵਿਰੁੱਧ ਤਾਂ ਪਾਤਸ਼ਾਹ ਜੀ ਊਚ ਨੀਚ ਦੇ ਵਿਰੁੱਧ ਪਹਿਲੇ ਜਾਮੇ ਤੋਂ ਡਟੇ ਹੋਏ ਨੇ। ਜਿੰਨੀ ਗੁਰਬਾਣੀ ਪੜ੍ਹੋ, ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ ਮਹਾਰਾਜ ਜਾਂ ਭਗਤ ਸਾਹਿਬਾਨਾਂ ਦੀ ਜਾਤ ਪਾਤ ਦੇ ਵਿਰੁੱਧ ਪਾਤਸ਼ਾਹ ਜੀ ਨੇ ਗੱਲਾਂ ਕੀਤੀਆਂ ਨੇ। ਉਪਦੇਸ਼ ਦਿੱਤਾ ਕਿ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲੇ ਬਹੁਤ ਬੇਕਾਰਾ, ਇਹਦਾ ਗਰਬ ਨਾ ਕਰ। ਜਾਤ ਦਾ ਮਾਣ ਨਾ ਕਰ ਉੱਚੀ ਨੀਵੀਂ ਦਾ। ਅਸਲ 'ਚ ਜਾਤ ਪਾਤ ਸਤਿਗੁਰੂ ਜੀ ਨੇ ਮੰਨੀ ਨਹੀਂ, ਊਚ ਨੀਚ ਰਹੋ ਵਿਚਾਰ। ਸਤਿਗੁਰੂ ਜੀ ਨੇ ਇੱਕੋ ਬਾਟੇ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਦੇ ਦਿੱਤੀ। ਪਹਾੜੀ ਰਾਜੇ ਆਖਣ ਲੱਗੇ ਕਿ ਪਾਤਸ਼ਾਹ ਜੀ ਅਸੀਂ ਵੀ ਅੰਮ੍ਰਿਤ ਛਕਣਾ ਚਾਹੁੰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਛਕੋ, ਪਰ ਕਹਿੰਦੇ ਤੁਸੀਂ ਤਾਂ ਇੱਕੋ ਬਾਟੇ ਦੇ ਵਿੱਚੋਂ ਨੀਵੀਆਂ ਜਾਤਾਂ ਵਾਲਿਆਂ ਨੂੰ ਵੀ ਉਹਨਾਂ ਦੇ ਨਾਲ ਵੀ ਬਾਟਾ ਸਾਂਝਾ ਕਰ ਰਹੇ ਹੋ, ਅਸੀਂ ਇੱਦਾਂ ਅੰਮ੍ਰਿਤ ਦੀ ਦਾਤ ਨਹੀਂ ਲੈ ਸਕਦੇ। ਪਾਤਸ਼ਾਹ ਜੀ ਆਖਣ ਲੱਗੇ ਫਿਰ ਤਾਂ ਇਹ ਅੰਮ੍ਰਿਤ ਦਾ ਤਾਂ ਸੰਕਲਪ ਹੀ ਇਹ ਹੈ ਕਿ ਸਾਡੇ ਵਿੱਚੋਂ ਊਚ ਨੀਚ ਜਾਤ ਪਾਤ ਖਤਮ ਹੋ ਸਕੇ। ਇੱਕੋ ਬਾਟੇ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਲੈ ਕੇ ਅਸੀਂ ਬਰਾਬਰ ਦਾ ਹੱਕ ਹਰੇਕ ਮਨੁੱਖ ਨੂੰ ਦੇ ਸਕੀਏ, ਕਿਉਂਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਇਹ ਤਾਂ ਵੰਡੀਆਂ ਅਸੀਂ ਪਾਈਆਂ ਨੇ ਜਾਤਾਂ ਪਾਤਾਂ ਦੀਆਂ। ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਇੱਕ ਕਰਨਾ ਸਭ ਨੂੰ, ਤੇ ਤੁਸੀਂ ਫੇਰ ਵਖਰੇਵਾਂ ਪਾ ਰਹੇ ਹੋ ਕਿ ਅੰਮ੍ਰਿਤ ਸਾਡੇ ਵਾਸਤੇ ਵੱਖਰਾ ਤਿਆਰ ਕਰੋ। ਨਹੀਂ ਭਾਈ, ਪਹਾੜੀ ਰਾਜਿਆਂ ਨੂੰ ਆਖਣ ਲੱਗੇ ਇੰਜ ਨਹੀਂ ਹੋਵੇਗਾ, ਅੰਮ੍ਰਿਤ ਦੀ ਦਾਤ ਲੈਣੀ ਹੈ, ਆਓ ਜਿਹੜੇ ਨੀਵੀਆਂ ਜਾਤਾਂ ਵਾਲੇ ਨੇ ਉਹ ਵੀ ਨਾਲ ਤੁਹਾਡੇ ਬਾਟਾ ਸਾਂਝਾ ਕਰਨਗੇ ਜੇ ਲੈਣੀ ਹੈ। ਤੇ ਉਹਨਾਂ ਨੇ ਵਿਰੋਧਤਾ ਕਰਤੀ। ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਹੜੇ ਗਰੀਬ ਸਿੱਖ ਨੇ ਜਿਨ੍ਹਾਂ ਨੂੰ ਤੁਸੀਂ ਨੀਵੀਆਂ ਜਾਤਾਂ ਵਾਲੇ ਆਖਦੇ ਹੋ, ਇਨ ਗਰੀਬ ਸਿੱਖਨ ਕੋ ਦੇ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਕਹਿੰਦੇ ਇਹਨਾਂ ਨੂੰ ਪਾਤਸ਼ਾਹੀਆਂ ਦੇ ਕੇ ਜਾਵਾਂਗੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨੀਵੇਂ ਆ, ਸਾਡੇ ਬਰਾਬਰ ਦੇ ਨਹੀਂ। ਇਹ ਸੰਕਲਪ ਵੀ ਚਮਕੌਰ ਦੀ ਧਰਤੀ ਤੇ ਸਤਿਗੁਰੂ ਜੀ ਨੇ ਪੂਰਾ ਕੀਤਾ। ਜਦੋਂ ਫੈਸਲਾ ਹੋ ਗਿਆ ਸਤਿਗੁਰੂ ਜੀ ਗੜੀ ਛੱਡ ਕੇ ਚਲੇ ਜਾਓ, ਤੇ ਪਾਤਸ਼ਾਹ ਜੀ ਫਿਰ ਬਿਉਂਤਬੰਦੀ ਬਣਾਈ ਪੰਥ ਦੇ ਹੁਕਮ ਨੂੰ ਮੰਨ ਕੇ। 11 ਸਿੰਘ ਰਹਿ ਗਏ ਸੀ ਉਸ ਸਮੇਂ, 8 ਪੋਹ ਦੀ ਰਾਤ, ਬਾਕੀ ਦੀਆਂ ਸ਼ਹਾਦਤਾਂ 8 ਪੋਹ ਦੇ ਦਿਨ ਵੇਲੇ ਹੋ ਗਈਆਂ ਸਨ। 3 ਸਿੰਘਾਂ ਨੂੰ ਪਾਤਸ਼ਾਹ ਜੀ ਨੇ ਨਾਲ ਲਿਆ ਜਿਹੜੇ ਇਸ ਪਾਵਨ ਸਥਾਨ ਤੱਕ ਵੀ ਆਏ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, 2 ਪਿਆਰੇ, 3 ਪਿਆਰੇ। 8 ਪੋਹ ਦੀ ਦਿਨ ਵੇਲੇ ਜਿਹੜੀਆਂ ਲੜਾਈ ਹੋਈ ਹੈ ਉਸ ਵਿੱਚ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ।
ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ, ਇਹ ਤਿੰਨੇ ਸਿੰਘ ਪਾਤਸ਼ਾਹ ਜੀ ਦੇ ਨਾਲ ਆਏ। ਬਾਕੀ 8 ਸਿੰਘ ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਵੀ ਹੈ, ਉਹਨਾਂ ਦੀ ਸ਼ਹਾਦਤ 9 ਪੋਹ ਨੂੰ ਹੋਈ ਹੈ ਚਮਕੌਰ ਦੀ ਗੜੀ ਦੇ ਵਿੱਚ। ਗੜੀ ਛੱਡਣ ਲੱਗੇ ਪਾਤਸ਼ਾਹ ਜੀ ਨੇ ਆਪਣੀ ਪੋਸ਼ਾਕ ਭਾਈ ਸੰਗਤ ਸਿੰਘ ਨੂੰ ਉਹਨਾਂ ਨੂੰ ਪਹਿਨਾ ਦਿੱਤੀ ਹੈ। ਆਪਣੀ ਕਲਗੀ ਭਾਈ ਸੰਗਤ ਸਿੰਘ ਨੂੰ ਦੇ ਦਿੱਤੀ, ਗੜੀ ਦੀ ਮੰਮਟੀ ਤੇ ਬਿਠਾ ਦਿੱਤਾ। ਅਸਲ ਵਿੱਚ ਪਾਤਸ਼ਾਹ ਜੀ ਦੇਣ ਲੱਗੇ ਨੇ। ਇਨ ਗਰੀਬ ਸਿੱਖਨ ਕੋ ਦੇ ਪਾਤਸ਼ਾਹੀ ਦੇ ਕੇ ਗਏ। ਚੌਥਾ ਸੰਕਲਪ ਪਾਤਸ਼ਾਹ ਜੀ ਨੇ ਇਹ ਵੀ ਚਮਕੌਰ ਦੀ ਗੜੀ ਤੇ ਉੱਥੇ ਪੂਰਾ ਕੀਤਾ। ਹੁਣ ਦੇਖੋ, ਮਨ ਦੇ ਵਿੱਚ ਮਨੁੱਖ ਨੇ, ਕਿਸੇ ਵਿਅਕਤੀ ਨੇ, ਕਿਸੇ ਮਹਾਂਪੁਰਸ਼ ਨੇ ਸੰਕਲਪ ਲਏ ਹੋਣ। ਅਸੀਂ ਆਪਣੇ ਜੀਵਨ ਦੇ ਵਿੱਚ ਛੋਟਾ ਜਿਹਾ ਸੰਕਲਪ ਲਿਆ ਹੋਵੇ ਤੇ ਉਹ ਸੰਕਲਪ ਪੂਰਾ ਹੋ ਜਾਵੇ, ਕਿੰਨੀ ਖੁਸ਼ੀ ਹੁੰਦੀ ਹੈ। ਪਾਤਸ਼ਾਹ ਜੀ ਨੇ ਇਹ ਸੰਕਲਪ ਲਏ ਤੇ ਚਮਕੌਰ ਦੀ ਗੜੀ ਤੇ ਸੰਕਲਪ ਪੂਰੇ ਕਰਕੇ ਉਸ ਤੋਂ ਬਾਅਦ ਇਸ ਪਾਵਨ ਸਥਾਨ ਤੇ ਆਏ ਨੇ। ਤੇ ਉਹ ਕਿੰਨੇ ਆਨੰਦ ਵਿੱਚ ਹੋਣਗੇ। ਜਿਹੜਾ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿ ਰਹੇ ਨੇ ਮਾਛੀਵਾੜੇ ਦੀ ਧਰਤੀ ਤੇ, ਅਸਲ ਵਿੱਚ ਦੁੱਖ ਦੇ ਵਿੱਚ ਨਹੀਂ, ਸਤਿਗੁਰੂ ਜੀ ਆਨੰਦ ਵਿੱਚ ਨੇ। ਕਿਉਂਕਿ ਜਿਹੜਾ ਕੰਮ ਕਰਨਾ ਸੀ ਉਹ ਪੂਰਾ ਕਰ ਚੁੱਕੇ ਨੇ। ਜੋ ਸੰਕਲਪ ਲਏ ਸਨ ਉਹਨਾਂ ਨੂੰ ਪੂਰਾ ਕਰ ਚੁੱਕੇ ਨੇ। ਇਹ ਬਿਰਥਾ ਉਹੀ ਜਾਣਦਾ, ਫਿਰ ਉਹ ਉਸ ਤੋਂ ਬਾਅਦ ਪ੍ਰਵਾਹ ਨਹੀਂ ਕਰਦਾ ਕੋਈ ਵੀ ਵਿਅਕਤੀ। ਭਾਵੇਂ ਕਿ ਆਜ਼ਾਦੀ ਦੇ ਵਿੱਚ ਵੀ, ਸਾਡੇ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੇ ਇਸ ਪੰਜਾਬ ਦੇ ਨੌਜਵਾਨ ਨੇ, ਜਿਨ੍ਹਾਂ ਦਾ ਨਾਮ ਹੈ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਊਧਮ ਸਿੰਘ ਜੀ, ਜਿਨ੍ਹਾਂ ਨੇ ਲੰਡਨ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਮਾਰਿਆ। ਹੁਣ ਦੇਖੋ, ਮਾਰ ਦਿੱਤਾ, ਪਹਿਲਾਂ ਸੰਕਲਪ ਪੂਰਾ ਕਰ ਲਿਆ, ਮਾਰਨ ਤੋਂ ਬਾਅਦ ਫਿਰ ਪ੍ਰਵਾਹ ਕੋਈ ਨਹੀਂ। ਹੁਣ ਜੋ ਮਰਜ਼ੀ ਹੋ ਜਾਵੇ ਸਰੀਰ ਦਾ, ਹੁਣ ਕੋਈ ਪ੍ਰਵਾਹ ਹੈ ਹੀ ਨਹੀਂ ਸਰੀਰ, ਹੁਣ ਆਨੰਦ ਵਿੱਚ ਹੈ ਊਧਮ ਸਿੰਘ। ਉਹ ਕਹਿੰਦਾ, ਜੋ ਮੈਂ ਪ੍ਰਤਿੱਗਿਆ ਲਈ ਸੀ, ਜਲਿਆਂ ਵਾਲੇ ਬਾਗ ਦਾ ਬਦਲਾ ਲੈਣਾ ਸੀ, ਅੱਜ ਮੈਂ ਲੈ ਲਿਆ। ਭਰੀ ਅਦਾਲਤ ਦੇ ਵਿੱਚ ਲਿਆ ਉਸ ਨੂੰ ਮਾਰ ਕੇ। ਹੁਣ ਜੋ ਮਰਜ਼ੀ ਹੋ ਜਾਵੇ ਸਰੀਰ ਦਾ, ਹੁਣ ਮੇਰਾ ਜੀਵਨ ਆਨੰਦ ਵਿੱਚ ਹੈ। ਤੇ ਪਾਤਸ਼ਾਹ ਜੀ ਵੀ ਆਪਣੇ ਸੰਕਲਪ ਪੂਰੇ ਕਰਕੇ 1.25 ਲੱਖ ਸੇ ਏਕ ਲੜਾਊਂ, ਆਪਣੇ ਪਰਿਵਾਰ ਨੂੰ ਵਾਰਨਾ। ਇਨ ਗਰੀਬ ਸਿੱਖਨ ਕੋ ਦੇ ਪਾਤਸ਼ਾਹੀ, ਖਾਲਸਾ ਪੰਥ ਦੇ ਹੁਕਮ ਨੂੰ ਵਜਾਉਣਾ। ਇਹ ਸੰਕਲਪ ਪੂਰੇ ਕਰਕੇ ਫੇਰ ਪਹੁੰਚੇ ਨੇ ਤੇ ਇਸ ਆਨੰਦ ਦੇ ਵਿੱਚ ਨੇ। ਪਿਆਰੇ ਦੇ ਗੀਤ ਗਾ ਰਹੇ ਨੇ। ਅੰਤਰ ਪਿਰੀ ਪਿਆਰ ਕਿਉਂ ਪਿਰ ਬਿਨ ਜੀਵਿਐ ਰਾਮ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਾਡੇ ਅੰਦਰ ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਪਿਆਰ ਹੈ, ਉਹ ਅਕਾਲ ਪੁਰਖ ਪ੍ਰਮਾਤਮਾ ਤੋਂ, ਉਸ ਮਿੱਤਰ ਪਿਆਰੇ ਤੋਂ ਬਿਨਾਂ ਜੀ ਨਹੀਂ ਸਕਦੇ। ਹੁਣ ਇਹ ਜੀਣਾ ਕੀ ਹੈ, ਇਹ ਜੀਵਨ ਕੀ ਹੈ? ਅਸੀਂ ਇਸ ਜੀਵਨ ਨੂੰ, ਸਰੀਰਕ ਜੀਵਨ ਨੂੰ ਲਾ ਲਵਾਂਗੇ ਕਿ ਸ਼ਾਇਦ ਜੀ ਨਹੀਂ ਸਕਦੇ। ਉਹ ਮਨੁੱਖ ਤਾਂ ਉਹ ਵੀ ਜੀਉਂਦੇ ਨੇ ਜਿਹੜੇ ਪ੍ਰਮਾਤਮਾ, ਜਿਨ੍ਹਾਂ ਨੇ ਕਦੇ ਯਾਦ ਨਹੀਂ ਕੀਤਾ, ਜਿਹੜੇ ਮੰਨਦੇ ਨੇ ਪ੍ਰਮਾਤਮਾ ਹੈ ਹੀ ਨਹੀਂ, ਜਿਉਂ ਤਾਂ ਉਹ ਵੀ ਰਹੇ ਨੇ। ਅਸਲ ਵਿੱਚ ਜੀਵਨ ਕਈ ਤਰ੍ਹਾਂ ਦੇ ਹੁੰਦੇ ਨੇ। ਇੱਕ ਸਰੀਰਕ ਜੀਵਨ ਹੈ, ਰਾਜਨੀਤਿਕ ਜੀਵਨ ਹੈ, ਸਮਾਜਿਕ ਜੀਵਨ ਹੈ। ਉਹ ਜੀਵਨ, ਜਿਵੇਂ ਸਮਾਜਿਕ ਜੀਵਨ, ਅਸੀਂ ਸਮਾਜ ਦੇ ਵਿੱਚ ਰਹਿ ਰਹੇ ਹਾਂ। ਮਨੁੱਖ ਜਦੋਂ ਕੋਈ ਅਜਿਹਾ ਘ੍ਰਿਣਾ ਕੰਮ ਕਰ ਦੇਵੇ ਤੇ ਫਿਰ ਸਮਾਜ ਵਾਲੇ ਕਹਿ ਦੇਣ, ਭਾਈ ਇਸ ਮਨੁੱਖ ਦੇ ਨਾਲ ਬਾਈਕਾਟ ਕਰੋ, ਅੱਜ ਤੋਂ ਬਾਅਦ ਇਸ ਨੂੰ ਬੁਲਾਉਣਾ ਨਹੀਂ, ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ, ਉਸ ਮਨੁੱਖ ਦਾ ਸਮਾਜਿਕ ਜੀਵਨ ਖਤਮ ਹੈ, ਸਮਾਜਿਕ ਜੀਵਨ ਦੀ ਮੌਤ ਹੋ ਗਈ। ਇੱਦਾਂ ਹੀ ਰਾਜਨੀਤਿਕ ਜੀਵਨ ਹੈ, ਰਾਜਨੀਤੀ ਦੇ ਵਿੱਚੋਂ ਮਨੁੱਖ ਨੂੰ ਕੱਢ ਦਿੱਤਾ ਜਾਵੇ ਤੇ ਉਹਦਾ ਰਾਜਨੀਤਿਕ ਜੀਵਨ ਖਤਮ ਹੈ। ਇੱਦਾਂ ਹੀ ਆਤਮਿਕ ਜੀਵਨ ਹੈ ਇੱਕ ਸਾਡਾ, ਆਦਿ ਆਤਮਾ ਦਾ ਜੀਵਨ। ਉਹ ਜੀਵਨ ਦੀ ਪਾਤਸ਼ਾਹ ਜੀ ਇੱਥੇ ਗੱਲ ਕਰ ਰਹੇ ਨੇ ਕਿ ਮਨੁੱਖ ਜਦੋਂ ਪ੍ਰਮਾਤਮਾ ਨੂੰ ਯਾਦ ਕਰਦੇ ਨੇ, ਪ੍ਰਮਾਤਮਾ ਦੀ ਯਾਦ ਦੇ ਵਿੱਚ ਜੀਵਨ ਲੰਘਦਾ ਤੇ ਆਤਮਿਕ ਜੀਵਨ ਹੈ। ਜਦੋਂ ਪ੍ਰਮਾਤਮਾ ਦੀ ਯਾਦ ਟੁੱਟਦੀ ਹੈ ਤੇ ਆਤਮਿਕ ਜੀਵਨ ਫਿਰ ਖਤਮ ਹੈ, ਫਿਰ ਇੱਦਾਂ ਮੈਂ ਆਤਮਿਕ ਮੌਤ ਹੁੰਦੀ ਹੈ। ਪਾਤਸ਼ਾਹ ਜੀ ਕਹਿੰਦੇ ਅੰਤਰ ਪਿਰੀ ਪਿਆਰ ਕਿਉਂ ਪਿਰ ਬਿਨ ਜੀਵਿਐ ਰਾਮ। ਪ੍ਰਮਾਤਮਾ ਦੇ ਨਾਲ ਪਿਆਰ ਹੈ ਜਿਨ੍ਹਾਂ ਦਾ, ਉਹ ਪ੍ਰਮਾਤਮਾ ਤੋਂ ਬਿਨਾਂ ਕਿਵੇਂ ਜੀ ਸਕਦੇ ਹਨ। ਜਬ ਲਗ ਦਰਸ ਨ ਹੋਏ ਕਿਉਂ ਅੰਮ੍ਰਿਤ ਪੀਵਿਐ ਰਾਮ। ਜਿੰਨਾ ਚਿਰ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਨਹੀਂ ਹੋ ਸਕਦਾ। ਅੰਮ੍ਰਿਤ ਹੈ ਜਿਹੜਾ ਮ੍ਰਿਤੂ ਤੋਂ ਰਹਿਤ ਕਰ ਦੇਵੇ, ਜਾਂ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ, ਉਸ ਨੂੰ ਅੰਮ੍ਰਿਤ ਆਖਿਆ।
ਕਹਿੰਦੇ ਅੰਮ੍ਰਿਤ ਕਿਵੇਂ ਉਹ ਲਿਆ ਜਾ ਸਕਦਾ, ਅੰਮ੍ਰਿਤ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ, ਜਬ ਲਗ ਦਰਸ ਨਾ ਹੋਏ, ਜਦੋਂ ਤੱਕ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਮਨ ਦੇ ਵਿੱਚ ਪੈਦਾ ਨਹੀਂ ਹੋਈ। ਕਿ ਉਹ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ, ਅੰਮ੍ਰਿਤ ਸਗੋਂ ਪਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ, ਤਾਂਘ ਤੋਂ ਬਿਨਾਂ, ਪਿਆਰ ਤੋਂ ਬਿਨਾਂ ਅੰਮ੍ਰਿਤ ਤਾਂ ਕੀ ਮਿਲਣਾ, ਜੀਵਨ ਤਾਂ ਕੀ ਮਿਲਣਾ, ਪਰ ਤਿਸ ਬਿਨ ਰਹਿਨ ਨਾ ਜਾਏ। ਸਤਿਗੁਰੂ ਜੀ ਕਹਿੰਦੇ ਕਿਉਂ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ, ਤਿਸ ਬਿਨ ਰਹਿਨ ਨਾ ਜਾਏ। ਰਹਿਨ ਨਾ ਜਾਏ ਆਤਮਿਕ ਸ਼ਾਂਤੀ, ਇੱਕ ਟਿਕਾ ਸਾਡੇ ਅੰਦਰ। ਮਨ ਜਿਹੜਾ ਦੌੜਦਾ ਫਿਰਦਾ ਚਾਰ ਸਪੇਰੇ, ਹਰ ਸਮੇਂ ਸਾਨੂੰ ਸ਼ਾਂਤੀ ਨਹੀਂ ਮਹਿਸੂਸ ਹੁੰਦੀ, ਟਿਕਾ ਦੇ ਵਿੱਚ ਨਹੀਂ ਰਹਿੰਦਾ। ਤੇ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਦੇ ਪਿਆਰ ਤੋਂ ਬਿਨਾਂ, ਉਹਦੇ ਬਿਨਾਂ ਰਹਿਣ ਨਾ ਜਾਏ, ਆਤਮਿਕ ਸ਼ਾਂਤੀ ਨਹੀਂ ਸਾਨੂੰ ਮਿਲ ਸਕਦੀ। ਜੇ ਆਤਮਿਕ ਸ਼ਾਂਤੀ ਲੈਣੀ ਹੈ ਤੇ ਪ੍ਰਮਾਤਮਾ ਦੇ ਨਾਲ ਪਿਆਰ ਕਰਨਾ ਪਵੇਗਾ, ਪ੍ਰੇਮ ਕਰਨਾ ਪਵੇਗਾ। ਅਨ ਦਿਨ ਪ੍ਰਿਓ ਪ੍ਰਿਓ ਕਰੇ ਦਿਨ ਰਾਤੀ, ਪਿਰ ਬਿਨ ਪਿਆਸ ਨਾ ਜਾਏ। ਅਨ ਦਿਨ ਭਾਵ ਹਰ ਵੇਲੇ, ਹਰ ਸਮੇਂ, ਦਿਨ ਰਾਤ। ਉਹਨਾਂ ਦਾ ਜੀਵਨ ਪਿਆਰ ਵਾਲਿਆਂ ਦਾ ਇੱਦਾਂ ਦਾ ਹੋ ਜਾਂਦਾ, ਹਰ ਸਮੇਂ ਪ੍ਰਿਓ ਪ੍ਰਿਓ ਪਰਮਾਤਮਾ ਨੂੰ ਪੁਕਾਰਦੇ ਨੇ। ਤੇ ਪਰਮਾਤਮਾ ਦੇ ਬਿਨ, ਪਿਰ ਬਿਨ ਪਿਆਸ ਨਾ ਜਾਏ, ਪੁਕਾਰ ਤੋਂ ਬਿਨਾਂ ਉਹਨਾਂ ਦੇ ਅੰਦਰ ਜਿਹੜੀ ਪਿਆਸ ਹੈ, ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ, ਉਹ ਖਤਮ ਨਹੀਂ ਹੁੰਦੀ। ਆਪਣੀ ਕਿਰਪਾ ਕਰੋ ਹਰ ਪਿਆਰੇ, ਹਰ ਹਰ ਨਾਮ ਸਦ ਸਾਰਿਆ। ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ ਪ੍ਰਭੂ ਜੀ, ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਨ੍ਹਾਂ ਦੇ ਉੱਪਰ ਤੁਸੀਂ ਆਪਣੀ ਕਿਰਪਾ ਕਰਦੇ ਹੋ ਐ ਪਿਆਰੇ, ਉਹ ਹਰ ਹਰ ਨਾਮ ਸਦ ਸਾਰਿਆ। ਪ੍ਰਭੂ ਦੇ ਨਾਮ ਦੀ ਉਹ ਸੰਭਾਲ ਕਰਦੇ ਨੇ, ਪ੍ਰਭੂ ਦੇ ਨਾਮ ਨੂੰ ਆਪਣੇ ਚਿੱਤ ਦੇ ਵਿੱਚ ਟਿਕਾ ਕੇ ਰੱਖਦੇ ਨੇ। ਪਰ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ, ਹਉ ਸਤਿਗੁਰ ਵਿਟ ਹੋ ਵਾਰਿਆ। ਸਤਿਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਅਸੀਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ। ਕਿਉਂ ਜਾਂਦੇ ਹਾਂ? ਕਿਉਂਕਿ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ। ਇਹ ਜਿਹੜੇ ਪ੍ਰੀਤਮ ਦੀ, ਪਿਆਰੇ ਦੀ ਪਿਛਲੇ ਸ਼ਬਦ ਦੇ ਵਿੱਚ ਗੱਲ ਕੀਤੀ ਹੈ, ਸਾਨੂੰ ਕਹਿੰਦੇ ਪ੍ਰੀਤਮ ਮਿਲ ਗਿਆ, ਪਰ ਮਿਲਿਆ ਕਿੱਦਾਂ? ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ। ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ, ਹਉ ਸਤਿਗੁਰ ਵਿਟ ਹੋ ਵਾਰਿਆ। ਤੇ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰੇ ਜਾਂਦੇ ਹਾਂ। ਸੋ ਇਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ। ਪਹਿਲੇ ਬੰਦ ਦੀ ਇਸ ਦੀ ਵਿਚਾਰ ਹੋ ਚੁੱਕੀ ਹੈ। ਦਰਸ਼ਨਾਂ ਦੀ ਤਾਂਘ ਦੀ ਗੱਲ ਕੀਤੀ ਹੈ ਪਾਤਸ਼ਾਹ ਜੀ ਨੇ। ਜੋ ਅਗਲੇ ਬੰਦ ਦੇ ਵਿੱਚ ਆਵੇਗਾ, ਜੋ ਸਤਿਗੁਰੂ ਜੀ ਅਗਲੇ ਬੰਦ ਦੇ ਵਿੱਚ ਉਪਦੇਸ਼ ਦੇ ਰਹੇ ਨੇ, ਇਹ ਕੱਲ੍ਹ ਨੂੰ